Hello and welcome back and good evening to all of you and good morning Dr. Sal. Good morning. ਐਂਡ ਹਮੇਸ਼ਾ ਦੀ ਤਰ੍ਹਾਂ ਅੱਜ ਸਾਡਾ ਜਿਹੜਾ ਸੈਸ਼ਨ ਆ ਫਿਰ ਤੋਂ 9 PM ਤੇ ਹਰ ਐਤਵਾਰ ਦੀ ਤਰ੍ਹਾਂ ਅਸੀਂ ਫਿਰ ਤੋਂ ਰੂਬਰੂ ਹੋਏ ਆ ਤੁਹਾਡੇ ਇੱਕ ਬਹੁਤ ਹੀ ਇੰਟਰਸਟਿੰਗ ਜਿਹਾ ਟੌਪਿਕ ਲੈ ਕੇ ਜਿਹੜਾ ਕਿ ਹੈਗਾ ਕਿ ਵਾਈ ਸ਼ੁੱਡ ਨਾਟ ਦ ਪੀਲਸ ਬੀ ਅਵੋਇਡਡ ਇਨ ਦ ਡਾਈਟ ਕਿ ਜਿਹੜੇ ਸਾਡੀ ਖੁਰਾਕ ਵਿੱਚ ਦੀਆਂ ਜਿਹੜੇ ਛਿਲਕੇ ਹੈਗੇ ਆ ਉਹਨਾਂ ਤੋਂ ਪਰਹੇਜ਼ ਕਿਉਂ ਨਹੀਂ ਕਰਨਾ ਚਾਹੀਦਾ ਕਿਉਂ ਨਹੀਂ ਕਰਨਾ ਚਾਹੀਦਾ ਹੈ ਡਾਕਟਰ ਸਾਹਿਬ ਤੁਹਾਨੂੰ ਅੱਜ ਇਹਦੀ ਗਾਈਡੈਂਸ ਦੇਣਗੇ ਬਹੁਤ ਹੀ ਇੰਪੋਰਟੈਂਟ ਜਿਹੜਾ ਟੌਪਿਕ ਹੈਗਾ ਅੱਜ ਦਾ ਤੇ ਵੈਲਕਮ ਕਰਦੇ ਹਾਂ ਆਪਾਂ ਡਾਕਟਰ JS ਵਿਰਕ ਜੀ ਦਾ MBBS FAMS FCGP PGD GM ਤੇ ਆਊਟ ਆਫ ਕੰਟਰੀ ਹੁੰਦੇ ਹੋਏ ਵੀ ਹਮੇਸ਼ਾ ਹੀ ਅਸੀਂ ਸਰ ਦਾ ਥੈਂਕ ਯੂ ਕਰਦੇ ਆ ਕਿ ਆਪਣਾ ਕੀਮਤੀ ਸਮਾਂ ਸਾਡੇ ਲਈ ਕੱਢਦੇ ਆ ਔਰ ਬਹੁਤ ਜ਼ਿਆਦਾ ਇਨਫੋਰਮੇਸ਼ਨ ਜਿਹੜੀ ਹੈ ਸਾਨੂੰ ਦਿੰਦੇ ਹੈਗੇ ਆ ਤੇ ਅੱਜ ਦਾ ਜਿਹੜਾ ਟੌਪਿਕ ਹੈਗਾ ਆਪਾਂ ਸਟਾਰਟ ਕਰਦੇ ਆ ਐਂਡ ਵੈਲਕਮ ਡਾਕਟਰ ਸਾਹਿਬ। ਥੈਂਕ ਯੂ ਚੇਤਨਾ ਜੀ। ਮੇਰੇ ਬਹੁਤ ਹੀ ਪਿਆਰੇ ਭੈਣੋ ਤੇ ਭਰਾਵੋ, ਪਹਿਲਾਂ ਦੀ ਤਰ੍ਹਾਂ ਹੀ ਅੱਜ ਵੀ ਅਸੀਂ ਇੱਕ ਬਹੁਤ ਇੰਪੋਰਟੈਂਟ ਔਰ ਡੇਲੀ ਰੂਟੀਨ ਦੇ ਵਿੱਚ ਸਾਨੂੰ ਇਨਕਾਊਂਟਰ ਹੋਣ ਵਾਲਾ ਜਿਹੜਾ ਪ੍ਰੋਬਲਮ ਹੈਗੀ ਆ ਉਹਦੇ ਤੇ ਗੱਲਬਾਤ ਕਰਾਂਗੇ। ਮੇਰਾ ਖਿਆਲ ਆ ਕਿ ਇਹਦੇ ਨਾਲ ਤੁਹਾਨੂੰ ਕਾਫੀ ਕੁਝ ਪਤਾ ਲੱਗੇਗਾ ਕਿ ਅਸੀਂ ਜੋ ਕੁਝ ਕਰਦੇ ਹਾਂ ਕਿ ਸਾਨੂੰ ਉਹ ਕਰਨਾ ਚਾਹੀਦਾ ਜਾਂ ਨਹੀਂ। ਗੱਲ ਹੈ ਕਿ ਜਿਹੜੇ ਅਸੀਂ ਸਬਜ਼ੀਆਂ ਜਾਂ ਫਲ ਵਗੈਰਾ ਖਾਂਦੇ ਆ ਉਹਨਾਂ ਦੇ ਛਿਲਕੇ ਜਿਹੜੇ ਹੈ ਉਹ ਕਿੰਨੇ ਕੁ ਇੰਪੋਰਟੈਂਟ ਹੈ ਕਿ ਉਹਨਾਂ ਨੂੰ ਵੀ ਖਾਣਾ ਚਾਹੀਦਾ ਹੈ, ਕਿ ਉਹਨਾਂ ਦੇ ਵਿੱਚ ਕੋਈ ਐਸੀ ਨਿਊਟ੍ਰੀਐਂਟਸ ਹੈ ਜਿਹੜੇ ਕਿ ਸਾਨੂੰ ਸਾਡੇ ਜਿਹੜਾ ਨੋਰਮਲ ਜਿਹੜਾ ਸਾਡਾ ਗੁੱਦਾ ਹੈ ਜਾਂ ਜਿਹੜਾ ਸਾਡਾ ਨੋਰਮਲ ਵੈਜੀਟੇਬਲ ਦਾ ਜਾਂ ਫਰੂਟ ਦਾ ਪਾਰਟ ਹੈ ਉਹਦੇ ਵਿੱਚੋਂ ਮਿਲ ਜਾਂਦੇ ਆ। ਇਹ ਸਭ ਕੁਝ ਆਪਾਂ ਅੱਜ ਡਿਸਕਸ ਕਰਾਂਗੇ ਔਰ ਇਹਦੇ ਬਾਰੇ ਚਾਨਣਾ ਜਿਹੜਾ ਹੈ ਉਹ ਪਏਗਾ। ਸੋ ਇਹ ਸਾਡੀਆਂ ਜਿਹੜੀਆਂ ਛਿਲਕੇ ਹੈਗੇ ਆ, ਸਾਡੀ ਖੁਰਾਕ ਜਿੰਨੀ ਅਸੀਂ ਖਾਂਦੇ ਆ, ਜਿਹੜੇ ਵੈਜੀਟੇਬਲਸ ਔਰ ਫਰੂਟਸ ਹੈਗੇ ਆ, ਇਹ ਕਿਉਂ ਜ਼ਰੂਰੀ ਹੈਗੇ ਆ। ਇਹ ਦੱਸਣਾ ਚਾਹਨਾ ਆ ਕਿ ਜਿਹੜੀਆਂ ਛਿਲਕੇ ਹੈਗੇ ਆ ਇਹ ਫਰੂਟ ਔਰ ਵੈਜੀਟੇਬਲਸ ਦੇ ਸਭ ਤੋਂ ਜ਼ਿਆਦਾ ਹੈਲਥੀਐਸਟ ਪਾਰਟ ਆ। ਮਤਲਬ ਸਿਹਤਵਰਧਕ ਜਿਹੜੇ ਜ਼ਿਆਦਾ ਹੈ ਇਹੀ ਹੈ। ਇਹ ਨਹੀਂ ਹੈ ਕਿ ਤੁਸੀਂ ਸਿਰਫ ਛਿਲਕੇ ਹੀ ਖਾਣੇ ਆ ਔਰ ਉਹਨਾਂ ਦਾ ਜਿਹੜਾ ਵਿਚਲਾ ਮੇਨ ਪਾਰਟ ਹੈ ਉਹਨੂੰ ਛੱਡ ਦੇਣਾ। ਜਦੋਂ ਤੁਸੀਂ ਦੋਨੋਂ ਹੀ ਚੀਜ਼ਾਂ ਖਾਂਦੇ ਹੋ ਤੇ ਤੁਸੀਂ ਉਹਦਾ ਕਾਫੀ ਫਾਇਦਾ ਲੈ ਸਕਦੇ ਹੈਗੇ ਆ। ਜਿਹੜਾ ਨਿਊਟ੍ਰੀਐਂਟ ਕੰਟੈਂਟ ਹੈਗਾ ਇਹ ਹਰ ਫਰੂਟ ਔਰ ਵੈਜੀਟੇਬਲ ਦੇ ਵਿੱਚ ਡਿਫਰੈਂਟ ਹੈਗਾ, ਹਰ ਇੱਕ ਦੇ ਵਿੱਚ ਭਿੰਨ ਹੈ। ਜਿਸ ਤਰ੍ਹਾਂ ਹੁਣ ਇਹ ਦੇਖੋ, ਇਹ ਸਾਰੇ ਅਸੀਂ ਡਸਟਬਿਨ ਦੇ ਵਿੱਚ ਸਿੱਟ ਦਿੰਦੇ ਹੈਗੇ ਆ, ਪਰ ਜਿਹੜਾ ਮੇਨ ਪਾਰਟ ਹੈਗਾ ਇਹਨਾਂ ਦੇ ਵਿੱਚ ਨਿਊਟ੍ਰੀਐਂਟਸ ਦਾ, ਉਹਨਾਂ ਨੂੰ ਅਸੀਂ ਅਜਾਈ ਜਿਹੜਾ ਹੈ ਉਹ ਸਿੱਟ ਦਿੰਦੇ ਹੈਗੇ ਆ। ਤੇ ਇੰਨੀ ਜਿਹੜੀਆਂ ਇਹ ਛਿਲਕੇ ਹੈ ਇਹਨਾਂ ਨੂੰ ਇੰਨਾ ਜ਼ਿਆਦਾ ਇੰਪੋਰਟੈਂਟ ਜਾਂ ਫੈਂਟਾਸਟਿਕ ਕਿਹੜੀ ਚੀਜ਼ ਬਣਾਉਂਦੀ ਹੈਗੀ ਆ। ਮੈਂ ਤੁਹਾਨੂੰ ਦੱਸਣਾ ਚਾਹਨਾ ਆ ਕਿ ਜਿਹੜੇ ਛਿਲਕੇ ਆ ਨੋਰਮਲੀ ਉਹਨਾਂ ਦੇ ਵਿੱਚ ਜਿਹੜਾ ਮੇਨ ਫਰੂਟ ਹੈ ਉਹਦੇ ਤੋਂ 2 ਜਾਂ 3 ਗੁਣਾ ਜ਼ਿਆਦਾ ਨਿਊਟ੍ਰੀਐਂਟਸ ਹੁੰਦੇ ਆ। ਇਹ ਗੱਲ ਨੋਟ ਕਰਨ ਵਾਲੀ ਹੈਗੀ ਆ। ਜੇ ਅਸੀਂ ਕੋਈ ਸਬਜ਼ੀ ਵਗੈਰਾ ਜਾਂ ਕੋਈ ਫਰੂਟ ਵਗੈਰਾ ਲੈਂਦੇ ਆ, ਜਿਹੜਾ ਉਹਦਾ ਛਿਲਕਾ ਹੈ ਉਹਦੇ ਵਿੱਚ ਉਹਦੇ ਜਿਹੜਾ ਮੇਨ ਗੁੱਦਾ ਹੈ ਉਹਦੇ ਨਾਲੋਂ 2 ਜਾਂ 3 ਟਾਈਮ ਗੁਣਾ ਜ਼ਿਆਦਾ ਮਤਲਬ ਨਿਊਟ੍ਰੀਐਂਟਸ ਹੁੰਦੇ ਹੈਗੇ ਆ। ਇਹ ਜਿਹੜੇ ਤੁਹਾਡੇ ਵਿਟਾਮਿਨਸ ਔਰ ਮਿਨਰਲਸ ਹੈਗਾ ਆ ਉਹਨਾਂ ਨੂੰ ਕਾਫੀ ਵਧਾ ਦਿੰਦੇ ਆ। ਇਹਨਾਂ ਦੇ ਵਿੱਚ ਬਹੁਤ ਸਾਰੀ ਫਾਈਬਰ ਹੁੰਦੀ ਹੈਗੀ ਆ। ਜਿਹੜੀ ਫਾਈਬਰ ਹੈਗੀ ਆ ਉਹ ਸਾਡੇ ਜਿਹੜੇ ਗੁੱਡ ਬੈਕਟੀਰੀਆ ਹੈਗੇ ਆ ਸਾਡੇ ਪੇਟ ਦੇ ਵਿੱਚ ਉਹਨਾਂ ਨੂੰ ਖਾਣਾ ਦਿੰਦੀ ਆ ਔਰ ਸਾਡੀ weight loss, ਜਿਨ੍ਹਾਂ ਦਾ weight ਜ਼ਿਆਦਾ ਹੈ ਉਹਨਾਂ ਦੇ weight loss ਦੇ ਵਿੱਚ ਮਦਦ ਦਿੰਦੀ ਹੈਗੀ ਆ। ਜਿਨ੍ਹਾਂ ਨੂੰ ਬਹੁਤ ਕ੍ਰੋਨਿਕ ਸੋਜਿਸ਼ ਦੀਆਂ ਬਿਮਾਰੀਆਂ ਹੈਗੀਆਂ ਉਹਨਾਂ ਦੇ ਵਿੱਚ ਵੀ ਹੈਲਪ ਕਰਦੀ ਆ। ਤੇ ਜਿੰਨੀਆਂ ਵੀ ਪੁਰਾਣੀਆਂ ਬਿਮਾਰੀਆਂ ਉਹਨਾਂ ਸਭ ਦੇ ਵਿੱਚ ਇਹ ਜਿੰਨੇ ਮਿਨਰਲਸ ਤੇ ਵਿਟਾਮਿਨਸ ਹੈਗੇ ਆ ਉਹ ਸਾਰੇ ਹੈਲਪ ਕਰਦੇ ਹੈਗੇ ਆ। ਤੇ ਇਹ ਦੇਖਣ ਵਿੱਚ ਆਇਆ ਸਿਰਫ 7% ਲੋਕ, 100 ਦੇ ਵਿੱਚੋਂ 7 ਲੋਕ ਐਸੇ ਆ ਜਿਹੜੇ ਆਪਣੇ ਡੇਲੀ ਫਾਈਬਰ, ਜਿਹੜੀ ਸਾਡਾ
ਮਤਲਬ ਫਾਈਬਰ ਜਿਹੜੀ ਸਾਨੂੰ ਲੈਣੀ ਚਾਹੀਦੀ ਆ ਤਕਰੀਬਨ 25 ਤੋਂ 35 ਗ੍ਰਾਮ ਡੇਲੀ ਲੈਣੀ ਚਾਹੀਦੀ ਆ, ਉਹ ਸਿਰਫ 7% ਲੋਕ ਲੈਂਦੇ ਆ। ਬਾਕੀ ਤਾਂ ਸਾਰੇ ਬਣਿਆ ਬਣਾਇਆ ਖਾਣਾ ਜਿਹੜਾ ਹੈਗਾ ਆ ਉਹ ਖਾਈ ਜਾਂਦੇ ਹੈਗੇ ਆ, ਉਹਦੇ ਵਿੱਚ ਫਾਈਬਰ ਵੱਲ ਕੋਈ ਖਿਆਲ ਨਹੀਂ ਰੱਖਦੇ। ਤੇ ਜਿਹੜੀ ਫਾਈਬਰ ਕੰਟੈਂਟ ਸਾਡੇ ਛਿਲਕੇ ਦੇ ਵਿੱਚ ਹੁੰਦੀ ਆ, ਤਕਰੀਬਨ ਤੀਜਾ ਹਿੱਸਾ ਜਿਹੜਾ ਫਾਈਬਰ ਦਾ ਹੈਗਾ ਆ, ਉਹ ਸਿਰਫ ਛਿਲਕੇ ਦੇ ਵਿੱਚੋਂ ਹੀ ਸਾਨੂੰ ਮਿਲ ਸਕਦਾ ਹੈਗਾ ਆ। ਇਹਨਾਂ ਦੇ ਵਿੱਚ ਸਿਰਫ ਫਾਈਬਰ ਹੀ ਨਹੀਂ ਹੁੰਦੀ, ਵਿਟਾਮਿਨ ਮਿਨਰਲਸ ਨਹੀਂ ਹੁੰਦੇ, ਇਹਨਾਂ ਦੇ ਵਿੱਚ ਐਂਟੀਆਕਸੀਡੈਂਟਸ ਜਿਹੜੇ ਹੈਗੇ ਆ, ਜਿਨ੍ਹਾਂ ਦੇ ਬਾਰੇ ਅਸੀਂ ਇੱਕ ਵਾਰੀ ਪਹਿਲਾਂ ਪੂਰਾ ਕੋਰਸ ਕੀਤਾ ਸੀ, ਪੂਰਾ ਵੈਬੀਨਾਰ ਕੀਤਾ ਸੀ, ਉਹ ਵੀ ਬਹੁਤ ਹੁੰਦੇ ਹੈਗੇ ਆ। ਐਂਟੀਆਕਸੀਡੈਂਟਸ ਨਾਲ ਇਹ ਲੋਡਡ ਹੈਗੇ ਆ। ਇਹਨਾਂ ਵਿੱਚ ਉਮਰ ਨੂੰ ਵਧਾਉਣ ਦੇ ਲਈ, ਜਿਹੜੀ ਸਾਡੀ ਸਕਿਨ ਆ ਉਹਨਾਂ ਨੂੰ ਯੰਗਰ ਲੁੱਕ ਦੇਣ ਦੇ ਲਈ, ਤੇ ਕਈ ਵੀ ਹੈਲਥ ਬੈਨੀਫਿਟਸ ਵੀ ਜਿਹੜੇ ਹੈਗੇ ਆ ਉਹ ਇਹਨਾਂ ਤੋਂ ਮਿਲਦੇ ਹੈਗੇ ਆ। ਇਹ ਸਾਰੇ ਜਿਹੜੇ ਐਂਟੀਆਕਸੀਡੈਂਟ ਹੈ ਟਿਪੀਕਲੀ ਸਾਡੀ ਜਿਹੜੀ ਛਿਲਕਾ ਹੈ ਉਹਦੇ ਵਿੱਚ ਕਨਸੈਂਟਰੇਟ ਕੀਤੇ ਹੋਏ ਆ ਕੁਦਰਤ ਨੇ, ਔਰ ਇਹ 320 ਗੁਣਾ ਜ਼ਿਆਦਾ ਹੁੰਦੇ ਆ ਪਲਪ ਤੋਂ। ਜਿਹੜੀ ਵਿਚਲਾ ਗੁੱਦਾ ਆ ਉਹਦੇ ਤੋਂ 320 ਗੁਣਾ ਜ਼ਿਆਦਾ ਐਂਟੀਆਕਸੀਡੈਂਟਸ ਜਿਹੜੇ ਹੈਗੇ ਆ ਉਹ ਸਿਰਫ ਛਿਲਕੇ ਦੇ ਵਿੱਚ ਹੁੰਦੇ ਆ। ਇਹ ਗੱਲ ਨੋਟ ਕਰਨ ਵਾਲੀ ਹੈਗੀ ਆ। ਕਈ ਤਾਂ ਐਸੇ ਐਂਟੀਆਕਸੀਡੈਂਟਸ ਹੈ ਜਿਹੜੇ ਕਿ ਸਿਰਫ ਤੇ ਸਿਰਫ ਛਿਲਕੇ ਦੇ ਵਿੱਚ ਹੁੰਦੇ ਆ ਤੇ ਗੁੱਦੇ ਦੇ ਵਿੱਚ ਨਹੀਂ ਹੁੰਦੇ। ਜਿਸ ਤਰ੍ਹਾਂ ਜਿੰਨੇ ਸਾਡੇ ਸਿਟਰਸ ਫਰੂਟ ਹੈਗੇ ਆ, ਔਰੰਜ ਹੋਇਆ, ਲੈਮਨ ਹੋਇਆ, ਲਾਈਮਸ ਹੋਏ, ਟੈਂਜਰੀਨ ਹੋਈਆਂ, ਇਹਨਾਂ ਦੇ ਵਿੱਚ ਜਿਹੜੀ ਲਿਮੋਨੀਨ ਇੱਕ ਖਾਸ ਕਿਸਮ ਦਾ ਐਂਟੀਆਕਸੀਡੈਂਟ ਹੈ, ਜਿਹੜਾ ਕਿ ਸਿਰਫ ਤੇ ਸਿਰਫ ਛਿਲਕੇ ਦੇ ਵਿੱਚ ਹੁੰਦਾ, ਇਹਨਾਂ ਦੇ ਜਿਹੜੇ ਗੁੱਦੇ ਦੇ ਵਿੱਚ ਨਹੀਂ ਹੁੰਦਾ। ਇਹ ਐਂਟੀਆਕਸੀਡੈਂਟ ਜਿਹੜੇ ਹੈਗੇ ਆ, ਇਹ ਸਿਰਫ ਇਹੀ ਨਹੀਂ ਹੈ ਕਾਰਨ ਕਿ ਅਸੀਂ ਐਂਟੀਆਕਸੀਡੈਂਟ ਕਰਕੇ ਹੀ ਛਿਲਕੇ ਲੈਣੇ ਹੈਗੇ ਆ। ਇਹ ਜਿਹੜੇ ਐਂਟੀਆਕਸੀਡੈਂਟ ਆ ਇਹ ਸਾਡੇ ਬਹੁਤ ਹੈਲਪਫੁਲ ਹੁੰਦੇ ਆ। ਜਿਹੜੇ ਸਾਡੇ ਫ੍ਰੀ ਰੈਡੀਕਲਸ ਬਣਦੇ ਬੋਡੀ ਦੇ ਵਿੱਚ, ਬਿਮਾਰੀਆਂ ਦਿੰਦੇ ਆ, ਉਹਨਾਂ ਦੇ ਅਗੇਂਸਟ ਇਹ ਫਾਈਟ ਕਰਦੇ ਹੈਗੇ ਆ। ਜਿੰਨਾ ਸਾਡਾ ਆਕਸੀਡੇਟਿਵ ਸਟ੍ਰੈਸ ਹੈਗਾ ਬੋਡੀ ਦਾ, ਉਹਨੂੰ ਇਹ ਮਿਟਾਉਂਦੇ ਆ। ਤੇ ਜਿੰਨੀਆਂ ਵੀ ਉਮਰ ਦੇ ਲਿਹਾਜ਼ ਦੇ ਨਾਲ ਬਿਮਾਰੀਆਂ ਲੱਗਦੀਆਂ ਆ, ਉਹਨਾਂ ਨੂੰ ਇਹ ਘਟਾਉਂਦੇ ਆ। ਫ੍ਰੀ ਰੈਡੀਕਲ ਸਕਵੈਂਜਰਸ ਆ, ਫ੍ਰੀ ਰੈਡੀਕਲ ਨੂੰ ਖਤਮ ਕਰ ਦਿੰਦੇ ਆ। ਤੇ ਜਿੰਨੀ ਸਾਡੀ ਬੋਡੀ ਦੇ ਵਿੱਚ ਇਨਫਲੇਮੇਸ਼ਨ ਹੁੰਦੀ ਆ, ਸੋਜਿਸ਼ ਵਗੈਰਾ ਹੁੰਦੀ ਆ, ਉਹਨੂੰ ਘਟਾ ਦਿੰਦੇ ਹੈਗੇ ਆ। ਜਿੰਨੇ ਵੀ ਸਾਡੀ ਬੋਡੀ ਦੇ ਵਿੱਚ ਫ੍ਰੀ ਰੈਡੀਕਲ ਬਣ ਜਾਂਦੇ ਆ, ਉਹ ਸਾਡੀ ਇਹ ਹੁਣ ਦੇਖਣ 'ਚ ਆਇਆ ਕਿ ਹਰ ਬਿਮਾਰੀ ਦਾ ਕਾਰਨ ਜਿਹੜਾ ਹੈਗਾ ਆ ਉਹ ਫ੍ਰੀ ਰੈਡੀਕਲ ਹੈਗੇ ਆ। ਫ੍ਰੀ ਰੈਡੀਕਲ ਤੋਂ ਹੀ ਮੋਲੀਕੂਲਰ ਲੈਵਲ ਦੇ ਉੱਤੇ ਇਹ ਸਾਡੇ ਜਿਹੜੇ ਬਿਮਾਰੀ ਦਾ ਸ਼ੁਰੂਆਤ ਹੁੰਦਾ ਹੈਗਾ ਆ। ਇੱਕ ਇਹਦੇ ਵਿੱਚ ਕੌਸ਼ਨ ਰੱਖਣ ਦੀ ਜ਼ਰੂਰਤ ਹੈਗੀ ਆ। ਕੌਸ਼ਨ ਕੀ ਰੱਖਣਾ ਹੈਗਾ ਆ ਕਿ ਜਦੋਂ ਅਸੀਂ ਛਿਲਕਾ ਲੈਂਦੇ ਹੈਗੇ ਆ ਤਾਂ ਛਿਲਕੇ ਦੇ ਉੱਤੇ ਬਹੁਤ ਸਾਰੇ ਪੈਸਟੀਸਾਈਡ, ਜਿਹੜੇ ਕੀੜੇ ਮਾਰ ਦਵਾਈਆਂ ਦਾ ਛਿੜਕਾਅ ਅੱਜ ਕੱਲ੍ਹ ਕੀਤਾ ਜਾਂਦਾ ਹੈਗਾ ਆ। ਉਹ ਜਿਹੜਾ ਛਿੜਕਾਅ ਹੈਗਾ ਉਹ ਇਸ ਛਿਲਕੇ ਦੇ ਉੱਤੇ ਹੀ ਹੁੰਦਾ ਹੈਗਾ ਆ, ਤੇ ਉਹਨਾਂ ਦਾ ਜਿਹੜਾ ਰੈਜ਼ੀਡਿਊ ਆ ਉਹ ਛਿਲਕੇ ਦੇ ਨਾਲ ਹੀ ਰਹਿੰਦਾ ਹੈਗਾ ਆ। ਨਿਊਟ੍ਰੀਐਂਟਸ ਦੇ ਨਾਲ ਇਹ ਟੌਕਸਿਕ ਜਿਹੜੇ ਪੈਸਟੀਸਾਈਡਸ ਹੈਗੇ ਆ ਉਹ ਵੀ ਸਾਡੇ ਅੰਦਰ ਚਲ ਜਾਂਦੇ ਆ ਜਦੋਂ ਅਸੀਂ ਛਿਲਕਾ ਲੈਂਦੇ ਹਾਂ। ਉਹਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈਗਾ ਆ। ਇਸ ਲਈ ਜਿੰਨੇ ਵੀ ਤੁਸੀਂ ਫਰੂਟ ਔਰ ਵੈਜੀਟੇਬਲ ਖਰੀਦਣੇ ਹੈਗੇ ਆ, ਉਹਨਾਂ ਨੂੰ ਇੱਕ ਤਾਂ ਆਰਗੈਨਿਕ ਲਾਓ ਜਿਹੜੇ ਕਿ ਪੈਸਟੀਸਾਈਡਸ ਤੋਂ ਬਿਨਾਂ ਹੋਣ, ਤੇ ਫਿਰ ਇੱਕ ਡਰਟੀ ਡੋਜ਼ਨ ਜਿਹੜੇ ਹੈਗੇ ਆ এনवायरमेंट ਵਰਕਿੰਗ ਗਰੁੱਪ ਨੇ ਦੱਸਿਓ ਹੈਗੇ ਆ ਕਿ ਕਿਹੜੇ ਐਸੇ ਫਰੂਟ ਔਰ ਵੈਜੀਟੇਬਲਸ ਹੈਗੀਆਂ ਜਿਨ੍ਹਾਂ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਹੈਗਾ ਆ ਪੈਸਟੀਸਾਈਡ ਦਾ ਪ੍ਰਕੋਪ ਹੈਗਾ ਆ। ਉਹ ਮੈਂ ਤੁਹਾਨੂੰ ਅੱਗੇ ਜਾ ਕੇ ਦੱਸਾਂਗਾ ਕਿ ਕਿਹੜੇ ਡਰਟੀ ਡੋਜ਼ਨ ਹੈ ਜਿਨ੍ਹਾਂ ਵਿੱਚ ਬਹੁਤ ਜ਼ਿਆਦਾ ਖਿਆਲ ਰੱਖਣਾ ਪੈਂਦਾ ਹੈਗਾ ਆ। ਤੇ ਜਦੋਂ ਵੀ ਤੁਸੀਂ ਕੋਈ ਵੀ ਛਿਲਕੇ ਵਾਲਾ ਪਦਾਰਥ ਵੈਜੀਟੇਬਲ ਜਾਂ ਫਰੂਟ ਲੈਣਾ ਆ ਤਾਂ ਉਹਨੂੰ ਅੱਛੀ ਤਰ੍ਹਾਂ ਵਾਸ਼ ਕਰਨਾ ਹੈਗਾ ਆ। ਵਾਸ਼ ਤੋਂ ਬਿਨਾਂ ਨਹੀਂ। ਵਾਸ਼ ਕਰਨ ਦੇ ਤਰੀਕੇ ਵੀ ਮੈਂ ਤੁਹਾਨੂੰ ਦੱਸਾਂਗਾ ਕਿ ਕਿਸ ਤਰ੍ਹਾਂ ਅਸੀਂ ਪੈਸਟੀਸਾਈਡਸ ਜਿਹੜੇ ਉੱਪਰ ਹੈ ਉਹਨਾਂ ਤੋਂ ਛੁਟਕਾਰਾ ਪਾ ਸਕਦੇ ਹੈਗੇ ਆ। ਤੇ ਅੱਛੀ ਤਰ੍ਹਾਂ ਵਾਸ਼ ਕਰਕੇ, ਇਹ ਇੱਕ ਕਾਸ਼ਨ ਹੈਗਾ ਆ ਜਦੋਂ ਅਸੀਂ ਗੱਲ ਕਰਦੇ ਆ ਕਿ ਅਸੀਂ ਛਿਲਕੇ ਖਾਣੇ ਹੈਗੇ ਆ।
ਹੁਣ ਜੇ ਗੱਲ ਕਰੀਏ ਸੇਬਾਂ ਦੀ, ਸੇਬਾਂ ਦੇ ਵਿੱਚ ਜਿਹੜੇ ਛਿਲਕੇ ਹੈਗੇ ਆ ਉਹਨਾਂ ਦੇ ਵਿੱਚ ਕੀ ਕੁਛ ਹੈਗਾ ਆ, ਇਹ ਦੇਖੋ ਤੁਸੀਂ। ਜਿਹੜਾ ਰਾ ਐਪਲ ਹੈਗਾ ਆ, ਜੇ ਅਸੀਂ ਉਹਦੀ ਸਕਿਨ ਜਿਹੜੀ ਹੈਗੀ ਆ, ਉਹਦੀ ਜਿਹੜੀ ਛਿਲਕਾ ਹੈ ਨਾਲ ਲਈਏ, ਤਾਂ ਉਹ 332% ਜ਼ਿਆਦਾ ਉਹਦੇ ਵਿੱਚ ਵਿਟਾਮਿਨ ਕੇ ਹੁੰਦਾ ਹੈਗਾ ਆ, 142% ਜ਼ਿਆਦਾ ਵਿਟਾਮਿਨ ਏ ਹੁੰਦਾ ਹੈਗਾ ਆ, 115% ਜ਼ਿਆਦਾ ਵਿਟਾਮਿਨ ਸੀ ਹੁੰਦਾ ਹੈਗਾ ਆ ਉਹਦੀ ਛਿਲਕੇ ਦੇ ਵਿੱਚ, 20% ਜ਼ਿਆਦਾ ਕੈਲਸ਼ੀਅਮ ਹੁੰਦਾ ਹੈ, ਤੇ 19% ਤੋਂ ਜ਼ਿਆਦਾ ਜਿਹੜਾ ਹੈਗਾ ਆ ਪੋਟਾਸ਼ੀਅਮ ਹੁੰਦਾ ਹੈ, ਜੇ ਅਸੀਂ ਉਹਨੂੰ ਮਤਲਬ ਛਿੱਲ ਕੇ ਖਾਂਦੇ ਆ ਉਹਦੇ ਨਾਲੋਂ ਜ਼ਿਆਦਾ। ਤੇ ਜਿਹੜਾ ਕੁਛ ਅਮਾਊਂਟ ਵਿਟਾਮਿਨ ਈ ਤੇ ਫੋਲੇਟ ਦਾ ਵੀ ਛਿਲਕੇ ਦੇ ਵਿੱਚ ਹੁੰਦਾ, ਜਿਹੜਾ ਕਿ ਉਹਦੇ ਵਿੱਚ ਨਹੀਂ, ਮਤਲਬ ਛਿੱਲੇ ਹੋਏ ਸੇਬ ਦੇ ਵਿੱਚ ਨਹੀਂ ਹੁੰਦਾ। ਇਹ ਬਹੁਤ ਵਧੀਆ ਸੋਰਸ ਹੈਗਾ ਫਾਈਬਰ ਦਾ, ਜਿਹਦੇ ਵਿੱਚ ਪੈਕਟਿਨ ਇੱਕ ਫਾਈਬਰ ਜਿਹੜੀ ਹੈਗੀ ਆ ਉਹ ਹੁੰਦੀ ਹੈਗੀ ਆ। ਤੇ ਇਹ ਜੇ ਅਸੀਂ ਛਿਲਕੇ ਨੂੰ ਨਾਲ ਖਾਈਏ ਤੇ ਇਹਦਾ ਮਤਲਬ ਆ ਕਿ ਜਿਹੜੀ ਫਾਈਬਰ ਸਾਨੂੰ ਡਬਲ ਮਿਲ ਜਾਂਦੀ ਹੈਗੀ ਆ। ਅੱਧੀ ਫਾਈਬਰ ਸਾਡੇ ਛਿਲਕੇ ਦੇ ਵਿੱਚ ਆ, ਤੇ ਅੱਧੀ ਫਾਈਬਰ ਸਾਡੇ ਜਿਹੜਾ ਵਿੱਚ ਗੁੱਦਾ ਹੈ ਉਹਦੇ ਵਿੱਚ ਹੈਗੀ ਆ। ਇਹਦੇ ਵਿੱਚ ਇਹੀ ਸਿਰਫ ਫਾਈਬਰ ਔਰ ਵਿਟਾਮਿਨ ਮਿਨਰਲ ਹੀ ਨਹੀਂ ਹੈ, ਇਹਦੇ ਵਿੱਚ ਐਂਟੀਆਕਸੀਡੈਂਟਸ ਵੀ ਹੈਗੇ ਆ। 2 ਤੋਂ 6 ਗੁਣਾ ਜ਼ਿਆਦਾ ਫਿਨੋਲਿਕ ਕੰਪਾਊਂਡਸ ਹੈਗੇ ਆ, ਤੇ 2 ਤੋਂ 3 ਗੁਣਾ ਫਲੈਵੇਨੋਇਡਸ ਜਿਹੜੇ ਹੈਗੇ ਆ ਉਹ ਪਲਪ ਦੇ ਨਾਲੋਂ ਜ਼ਿਆਦਾ ਹੁੰਦੇ ਆ। ਮਤਲਬ ਇਹ ਇੰਨਾ ਕੁਛ ਹੈ ਇਹਨਾਂ ਦੀ ਐਪਲ ਦੀ ਸਕਿਨ ਦੇ ਵਿੱਚ, ਜਿਹਨੂੰ ਕਿ ਅਸੀਂ ਆਪਣਾ ਮਤਲਬ ਛਿੱਲ ਕੇ ਤੇ ਗਵਾ ਦਿੰਦੇ ਹੈਗੇ ਆ। ਸੋ ਇਸ ਲਈ ਬਹੁਤ ਇੰਪੋਰਟੈਂਟ ਚੀਜ਼ ਹੈਗੀ ਆ। ਫਿਰ ਹੁਣ ਗੱਲ ਕਰਦੇ ਆ ਆਲੂਆਂ ਦੀ। ਜਿਹੜਾ ਬੋਇਲਡ ਆਲੂ ਹੈਗਾ ਆ, ਉਹਦੀ ਸਕਿਨ ਜਿਹੜੀ ਹੈਗੀ ਆ, ਉਹਦੇ ਵਿੱਚ 175% ਜ਼ਿਆਦਾ ਵਿਟਾਮਿਨ ਸੀ ਹੁੰਦਾ ਹੈਗਾ ਆ, 115% ਜ਼ਿਆਦਾ ਪੋਟਾਸ਼ੀਅਮ ਹੁੰਦਾ, 111% ਜ਼ਿਆਦਾ ਫੋਲੇਟ ਹੁੰਦਾ, 110% ਜ਼ਿਆਦਾ ਮੈਗਨੀਸ਼ੀਅਮ ਹੁੰਦਾ, ਤੇ ਫਾਸਫੋਰਸ ਹੁੰਦੀ ਆ, ਜਿਹੜਾ ਕਿ ਜਦੋਂ ਕਿ ਅਸੀਂ ਉਹਨੂੰ ਛਿੱਲ ਕੇ ਲੈ ਲੈਂਦੇ ਹੈਗੇ ਆ। ਇਹਦੇ ਵਿੱਚ ਰੈਜ਼ਿਸਟੈਂਟ ਸਟਾਰਚ ਹੁੰਦੀ ਆ, ਜਿਹੜੀ ਕਿ ਸਾਡੇ ਬੈਕਟੀਰੀਆ ਜਿਹੜੇ ਅੰਦਰ ਹੈਗੇ ਆ ਉਹਨਾਂ ਦਾ ਐਸ ਪ੍ਰੀਬਾਇਓਟਿਕ ਕੰਮ ਫੀਡ ਕਰਦੀ ਹੈਗੀ ਆ। 17% ਜ਼ਿਆਦਾ ਡਰਿੰਕ ਹੁੰਦਾ ਆ, 34% ਟੋਟਲ ਕੈਲਸ਼ੀਅਮ ਹੁੰਦਾ ਹੈ ਇਹਦੇ ਵਿੱਚ, 55% ਟੋਟਲ ਆਇਰਨ ਹੁੰਦਾ ਹੈਗਾ ਆ। ਇਹਦੇ ਵਿੱਚ ਵੀ ਜਿਹੜੇ ਐਂਟੀਆਕਸੀਡੈਂਟਸ ਹੈਗੇ ਆ ਉਹ ਬਹੁਤ ਜ਼ਿਆਦਾ ਹੁੰਦੇ ਆ। ਇੱਕ ਐਂਟੀਆਕਸੀਡੈਂਟ ਇਹਦੀ ਛਿੱਲ ਦੇ ਵਿੱਚ ਹੁੰਦਾ ਕੈਫਿਕ, ਤੇ ਇੱਕ ਹੁੰਦਾ ਕਲੋਰੋਜੈਨਿਕ ਐਸਿਡ। ਇਹ ਸਿਰਫ ਤੇ ਸਿਰਫ ਇਹਦੀ ਮਤਲਬ ਛਿਲਕੇ ਦੇ ਵਿੱਚ ਹੀ ਹੁੰਦਾ, ਜਿਹੜਾ ਅੰਦਰ ਦਾ ਗੁੱਦਾ ਹੈ ਉਹਦੇ ਵਿੱਚ ਨਹੀਂ ਇਹ ਮਿਲਦੇ ਦੋਨੋਂ ਹੀ। ਜੇ ਅਸੀਂ ਛਿਲਕਾ ਨਹੀਂ ਲੈਂਦੇ ਤਾਂ ਅਸੀਂ ਇਹਦੇ ਤੋਂ ਵਾਂਝੇ ਰਹਿ ਜਾਂਦੇ ਹਾਂ। ਇਸ ਲਈ ਬਹੁਤ ਇੰਪੋਰਟੈਂਟ ਆ ਕਿ ਜਿਹੜੀ ਜਦੋਂ ਵੀ ਤੁਸੀਂ ਆਲੂ ਲੈਣੇ ਆ ਤੇ ਖਾਣੇ ਆ, ਤੇ ਉਹਦੇ ਛਿਲਕੇ ਨੂੰ ਜ਼ਰੂਰ ਤਵੱਜੋ ਦੇਣੀ ਹੈਗੀ ਆ। ਸਵੀਟ ਪੋਟੈਟੋ ਜਿਹੜੀ ਸ਼ੱਕਰਕੰਦੀ ਹੈ, ਇਹ ਵੀ ਸਾਰੇ ਜਿਹੜੇ ਨਿਊਟ੍ਰੀਐਂਟਸ ਪੋਟੈਟੋਸ ਦੇ ਵਿੱਚ ਆ, ਆਲੂਆਂ ਦੇ ਵਿੱਚ ਹੈਗੇ ਆ, ਉਹ ਇਸ ਵਿੱਚ ਵੀ ਜੀ ਮਿਲਦੇ ਹੈਗੇ ਆ। ਪਰ ਇਹਦੇ ਵਿੱਚ ਜ਼ਿਆਦਾ ਵਿਟਾਮਿਨ ਏ ਹੁੰਦਾ ਹੈਗਾ ਆ। ਇੱਕ ਵੱਡਾ ਜਿਹੜਾ ਇਹਦਾ ਪੀਸ ਹੈਗਾ ਆ, ਉਹਦੇ ਵਿੱਚ 700% ਤੱਕ ਡੇਲੀ ਵੈਲਿਊ ਜਿਹੜੀ ਵਿਟਾਮਿਨ ਏ ਦੀ ਆ ਉਹ ਸਾਨੂੰ ਮਿਲ ਜਾਂਦੀ ਹੈਗੀ ਆ, 700%। ਕੈਲਸ਼ੀਅਮ, ਮੈਗਨੀਸ਼ੀਅਮ, ਪੋਟਾਸ਼ੀਅਮ, ਫਾਸਫੋਰਸ ਇਸ ਪੀਲ ਦੇ ਨਾਲੋਂ, ਜਿਹੜਾ ਅੰਦਰਲਾ ਗੁੱਦਾ ਹੈ ਉਹਦੇ ਨਾਲੋਂ ਜ਼ਿਆਦਾ ਹੁੰਦਾ ਹੈਗਾ ਆ। ਔਰ ਜੇ ਅਸੀਂ ਉਹ ਛਿੱਲ ਕੇ ਖਾਂਦੇ ਆ ਤਾਂ ਇਹਦਾ ਮਤਲਬ ਆ ਕਿ ਉਹ ਤੋਂ ਅਸੀਂ ਮਹਿਰੂਮ ਹੋ ਜਾਂਦੇ ਹੈਗੇ ਆ। ਡਾਇਟਰੀ ਫਾਈਬਰ ਜਿਹੜੀ ਹੈਗੀ ਆ ਉਹ ਵੀ ਸਕਿਨ ਦੇ ਵਿੱਚ ਜ਼ਿਆਦਾ ਹੁੰਦੀ ਹੈਗੀ ਆ, ਜਿਹੜੀ ਫਲੈਸ਼ ਵਿਜ਼ਨ ਬੂਸਟਿੰਗ ਕੈਰੋਟੀਨੋਇਡਸ ਤੇ ਐਂਟੀਆਕਸੀਡੈਂਟਸ ਦੇ ਨਾਲ ਭਰਪੂਰ ਹੁੰਦੀ। ਜਿਹੜੀ ਫਲੈਸ਼ ਹੈ ਉਹਦੇ ਵਿੱਚ ਵੀ ਐਂਟੀਆਕਸੀਡੈਂਟਸ ਹੁੰਦੇ ਆ, ਜਿਹੜੇ ਕਿ ਵਿਜ਼ਨ ਬੂਸਟਿੰਗ ਹੈਗੇ ਆ, ਜਿਹੜੇ ਅੱਖਾਂ ਦੇ ਨਿਗਾਹ ਨੂੰ ਵਧਾਉਂਦੇ ਆ, ਤੇ ਕੈਰੋਟੀਨੋਇਡਸ ਹੈਗੇ ਆ ਐਂਟੀਆਕਸੀਡੈਂਟਸ। ਸੋ ਇਸ ਲਈ ਇਹਨਾਂ ਦੀ ਜਿਹੜੀ ਸਕਿਨ ਹੈਗੀ ਆ ਉਹਨੂੰ ਵੀ ਮਤਲਬ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ। ਫਿਰ ਔਰੰਜਿਸ ਐਂਡ ਟੈਂਜਰੀਨਸ ਹੈਗੇ ਆ, ਜਿਹੜੇ ਸੰਤਰੇ ਤੇ ਟੈਂਜਰੀਨਸ ਹੈਗੀਆਂ, ਉਹਨਾਂ ਦੇ ਵੀ ਜਿਹੜੇ ਛਿਲਕੇ ਹੈਗੇ ਆ, ਵਿਟਾਮਿਨ ਸੀ ਜਿਹੜਾ ਇਹਨਾਂ ਦੇ ਵਿੱਚ ਹੈਗਾ 2 ਤੋਂ 3 ਗੁਣਾ ਜ਼ਿਆਦਾ ਹੁੰਦਾ ਹੈਗਾ ਆ। ਔਰੰਜਿਸ ਦੇ ਵਿੱਚ ਵਿਟਾਮਿਨ ਸੀ 3 ਗੁਣਾ ਜ਼ਿਆਦਾ ਹੁੰਦਾ ਪਲਪ ਨਾਲੋਂ। ਤੇ ਐਕਸੈਲੈਂਟ ਸੋਰਸ ਹੈਗਾ ਕੈਲਸ਼ੀਅਮ ਦਾ,
ਮੈਗਨੀਸ਼ੀਅਮ ਦਾ, ਪੋਟਾਸ਼ੀਅਮ ਦਾ, ਵਿਟਾਮਿਨ B6 ਦਾ ਤੇ ਵਿਟਾਮਿਨ A ਦਾ। ਇਹਦੇ ਵਿੱਚ ਵੋਲੇਟਾਈਲ ਅਸੈਂਸ਼ੀਅਲ ਆਇਲਸ ਵੀ ਹੈਗੇ ਆ ਇਨ ਪੀਲਸ। ਜਿਹੜੇ ਛਿਲਕੇ ਦੇ ਵਿੱਚ ਅਸੈਂਸ਼ੀਅਲ ਆਇਲ ਹੁੰਦੇ ਆ, ਜਿਹੜੇ ਕਿ ਪਾਵਰਫੁਲ ਕੰਪਾਊਂਡ ਹੈਗੇ ਆ, ਲਾਈਕ ਲਿਮੋਨੀਨ, ਜਿਹੜਾ ਕਿ ਮੈਂ ਦੱਸਿਆ ਆ ਕਿ ਸਿਰਫ ਛਿਲਕੇ ਦੇ ਵਿੱਚ ਹੀ ਹੁੰਦਾ ਆ ਤੇ ਗੁੱਦੇ ਦੇ ਵਿੱਚ ਨਹੀਂ ਹੁੰਦਾ। ਬਹੁਤ ਸਾਰੇ ਐਂਟੀਆਕਸੀਡੈਂਟਸ ਵੀ ਇਹਨਾਂ ਦੇ ਵਿੱਚ ਹੁੰਦੇ ਆ, ਜਿਹੜੇ ਕਿ ਐਂਟੀ ਕੈਂਸਰ ਹੈਗੇ ਆ। ਪੋਲੀਫਿਨੋਲਸ ਲਾਈਕ ਹੈਸਪੈਰੀਡੀਨ ਜਿਹੜਾ ਹੈਗਾ ਆ, ਤੇ ਪੋਲੀਮਿਥੋਕਸੀ ਫਲੈਵੋਨਸ, ਇਹ ਸਾਰੇ ਜਿਹੜੇ ਆ ਇਹ ਛਿਲਕੇ ਦੇ ਵਿੱਚ ਮਿਲਦੇ ਆ ਤੇ ਮਤਲਬ ਉਹਦੇ ਵਿੱਚ ਨਹੀਂ, ਗੁੱਦੇ ਦੇ ਵਿੱਚ ਨਹੀਂ ਹੁੰਦੇ। ਟੈਂਜਰੀਨ ਜਿਹੜੀ ਹੈਗੀ ਆ, ਉਹਦੀਆਂ ਜਿਹੜੀਆਂ ਛਿਲਕੇ ਹੈਗੇ ਬਹੁਤ ਥਿਨ ਹੁੰਦੇ ਆ, ਪਤਲੇ ਹੁੰਦੇ ਆ, ਤੇ ਉਹ ਵੀ ਐਂਟੀਆਕਸੀਡੈਂਟਸ ਦੇ ਵਿੱਚ ਬਹੁਤ ਰਿਚ ਹੁੰਦੇ ਆ। ਤੇ ਉਹਦੇ ਵਿੱਚ ਕੈਰੋਟੀਨੋਇਡ ਹੈਗੀ ਆ ਬੀਟਾ ਕ੍ਰਿਪਟੋਜੈਂਥੀਨ, ਜਿਹੜਾ ਕਿ ਵਿਟਾਮਿਨ A ਦੇ ਵਿੱਚ ਕਨਵਰਟ ਹੋ ਜਾਂਦਾ ਬਾਡੀ ਦੇ ਵਿੱਚ ਆ ਕੇ। ਸੋ ਇਸ ਲਈ ਇਹ ਵੀ ਬਹੁਤ ਇੰਪੋਰਟੈਂਟ ਹੈਗਾ ਆ। ਇਹਨਾਂ ਨੂੰ ਤੁਸੀਂ ਗ੍ਰੇਟ ਕਰ ਸਕਦੇ ਹੋ ਤੇ ਫਿਰ ਸਪ੍ਰਿੰਕਲ ਕਰਕੇ ਮਤਲਬ ਆਪਣੇ ਖਾਣੇ ਦੇ ਉੱਤੇ ਲੈ ਸਕਦੇ ਹੈਗੇ ਆ, ਜਾਂ ਫਿਰ ਚੌਪ ਦਾ ਪੀਲ ਫਾਈਨਲੀ ਐਂਡ ਬਲੈਂਡ, ਫਿਰ ਚੌਪ ਕਰਕੇ ਇਹਨੂੰ ਆਪਣੇ ਬਲੈਂਡਰ ਦੇ ਵਿੱਚ ਪਾ ਕੇ ਤੇ ਆਪਣੀ ਸਮੂਥੀ ਵਗੈਰਾ ਦੇ ਵਿੱਚ ਤੁਸੀਂ ਇਹਨੂੰ ਇਸਤੇਮਾਲ ਕਰ ਸਕਦੇ ਆ। ਇਸੇ ਤਰ੍ਹਾਂ ਨਿੰਬੂ ਹੈਗਾ, ਨਿੰਬੂ ਦੇ ਵਿੱਚ ਵੀ ਜਿੰਨੇ ਨਿਊਟ੍ਰੀਐਂਟਸ ਮੈਂ ਔਰੰਜਸ ਦੇ ਵਿੱਚ ਦੱਸੇ ਆ, ਉਹ ਸਾਰੇ ਨਿਊਟ੍ਰੀਐਂਟਸ ਇਹਦੇ ਵਿੱਚ ਹੁੰਦੇ ਆ। ਪਾਰਟੀਕੂਲਰਲੀ ਜਿਹੜਾ ਆ ਵਿਟਾਮਿਨ C ਇਹਦੇ ਵਿੱਚ, ਤੇ ਫਾਈਬਰ ਜ਼ਿਆਦਾ ਹੁੰਦੀ ਹੈ ਇਹਦੇ ਛਿਲਕੇ ਦੇ ਵਿੱਚ। ਇਹ ਵੀ ਕੈਲਸ਼ੀਅਮ, ਪੋਟਾਸ਼ੀਅਮ ਤੇ ਮੈਗਨੀਸ਼ੀਅਮ ਵੀ ਇਹਦੇ ਵਿੱਚ ਜ਼ਿਆਦਾ ਹੁੰਦੇ ਆ। ਤੇ ਵੋਲੇਟਾਈਲ ਜਿਹੜੇ ਅਸੈਂਸ਼ੀਅਲ ਆਇਲ ਹੈਗਾ, ਜਿਹੜਾ ਕਿ ਲਿਮੋਨੀਨ ਹੈ, ਉਹ ਵੀ ਇਹਦੇ ਵਿੱਚ ਹੁੰਦਾ ਹੈਗਾ ਆ। ਲਿਮੋਨੀਨ ਬਾਰੇ ਪਾਵਰਫੁਲ ਐਂਟੀ ਇਨਫਲੇਮੇਟਰੀ ਹੈਗਾ ਤੇ ਐਂਟੀ ਵਾਇਰਲ ਹੈਗਾ। ਵਾਇਰਲ ਮਤਲਬ ਵਾਇਰਸਿਸ ਨੂੰ ਵੀ ਇਹ ਮਤਲਬ ਮਾਰਦਾ ਹੈਗਾ ਆ। ਲੈਮਨ ਦੇ ਵਿੱਚ ਜਿਹੜਾ ਡੀ ਲਿਮੋਨੀਨ ਹੈਗਾ ਆ, ਇਹ ਐਂਟੀ ਕੈਂਸਰ ਵੀ ਹੈਗਾ ਇਹਦਾ ਇਫੈਕਟ। ਬ੍ਰੈਸਟ ਦੇ ਸੈਲਸ ਜਿਹੜੇ ਹੈਗੇ ਆ, ਉਹਨਾਂ ਦੇ ਉੱਤੇ ਇਹਦਾ ਕਾਫੀ ਅਸਰ ਹੁੰਦਾ ਹੈਗਾ ਆ, ਤੇ ਇਹ ਹਾਰਟ ਡਿਜ਼ੀਜ਼ ਨੂੰ ਵੀ ਮਤਲਬ ਰੋਕਦਾ ਹੈਗਾ ਆ। ਇਹਨੂੰ ਗ੍ਰੇਟ ਕਰਕੇ ਤੁਸੀਂ ਸਮੂਥੀਜ਼ ਦੇ ਵਿੱਚ ਲੈ ਸਕਦੇ ਹੈਗੇ ਆ। ਜਾਂ ਫਿਰ ਇਸ ਤਰ੍ਹਾਂ ਹੈ ਕਿ ਜਿਹੜਾ ਤੁਸੀਂ ਨਿੰਬੂ ਲੈਣਾ ਆ, ਉਹਨੂੰ ਤੁਸੀਂ ਫਰੀਜ਼ਰ ਦੇ ਵਿੱਚ ਇੱਕ ਦਿਨ ਲਈ ਰੱਖ ਲੈਣਾ ਹੈ, ਕਿ ਜਦੋਂ ਉਹਦੀ ਉਹ ਜੰਮ ਜਾਵੇ ਤਾਂ ਉਹਨੂੰ ਤੁਸੀਂ ਕੱਦੂਕਸ ਕਰਕੇ ਵੀ ਆਪਣੇ ਖਾਣੇ ਦੇ ਵਿੱਚ ਜਾਂ ਸਬਜ਼ੀ ਦੇ ਵਿੱਚ ਪਾ ਕੇ, ਜਾਂ ਜਿਸ ਤਰ੍ਹਾਂ ਵੀ ਉਹਨੂੰ ਸਪ੍ਰਿੰਕਲ ਕਰਕੇ ਲੈ ਸਕਦੇ ਹੈਗੇ ਆ। ਗ੍ਰੇਪ ਫਰੂਟ ਵੀ ਹੈ, ਇਹ ਵੀ ਸਿਟਰਸ ਫਰੂਟ ਹੈਗਾ। ਇਹਦੇ ਵਿੱਚ ਵੀ ਸਾਰੇ ਐਂਟੀਆਕਸੀਡੈਂਟਸ ਤੇ ਵਿਟਾਮਿਨ C ਵਗੈਰਾ ਸਾਰੇ ਹੈਗੇ ਆ। ਲਿਮੋਨਿਨ ਵੀ ਜਿਹੜਾ ਹੈ ਉਹ ਵੀ ਹੈਗਾ ਆ, ਤੇ ਇਹ ਪਾਰਟਿਕੂਲਰ ਫਲੈਵੋਨੋਇਡ ਇਹਦੇ ਵਿੱਚ ਹੈਗਾ ਨਾਇਰਿੰਜਿਨ। ਨਰਿੰਜਿਨ ਜਿਹੜਾ ਹੈਗਾ ਆ, ਇਹਦੇ ਵਿੱਚ ਫਲੈਵੋਨੋਇਡ ਹੈਗਾ ਆ। ਇਹ ਵੀ ਐਂਟੀ ਇਨਫਲੇਮੇਟਰੀ ਹੈ, ਸੋਜਸ਼ ਨੂੰ ਘੱਟ ਕਰਦਾ ਹੈਗਾ ਆ। ਏਜ ਰਿਲੇਟਡ ਡਿਜ਼ੀਜ਼ ਜਿੰਨੀਆਂ ਵੀ ਹੈਗੀਆਂ ਆ, ਉਹ ਸਾਰੀਆਂ ਘਟਾਉਂਦਾ ਹੈਗਾ ਆ। ਓਬੈਸਿਟੀ, ਮੋਟਾਪੇ ਨੂੰ ਘਟਾਉਂਦਾ ਹੈਗਾ ਆ। ਡਾਇਬਟੀਜ਼, ਹਾਈਪਰਟੈਂਸ਼ਨ ਤੇ ਮੈਟਾਬੋਲਿਕ ਸਿੰਡਰੋਮ ਵਰਗੀਆਂ ਬਿਮਾਰੀਆਂ ਜਿਹੜੀਆਂ ਹੈ, ਉਹਨਾਂ ਦਾ ਮੁਕਾਬਲਾ ਕਰਦਾ ਹੈ। ਤੇ ਇੱਕ ਹੋਰ ਐਂਟੀਆਕਸੀਡੈਂਟ ਹੈ ਹੈਸਪੈਰੀਡੀਨ। ਇਹ ਐਂਟੀ ਕੈਂਸਰ ਹੈਗਾ, ਏਜੈਂਟ ਹੈਗਾ, ਤੇ ਕਈ ਤਰ੍ਹਾਂ ਦੇ ਕੈਂਸਰ ਜਿਸ ਤਰ੍ਹਾਂ ਹੈਗੇ ਆ, ਬ੍ਰੈਸਟ ਹੈ, ਲੰਗ ਹੈ, ਲਿਵਰ ਹੈ, ਕੋਲਨ ਹੈ, ਤੇ ਗੈਸਟ੍ਰਿਕ ਹੈ, ਮਿਹਦੇ ਦੇ ਕੈਂਸਰ, ਇਹਨਾਂ ਸਾਰਿਆਂ ਦੇ ਲਈ ਹੈਸਪੈਰੀਡੀਨ ਜਿਹੜਾ ਹੈਗਾ ਆ, ਉਹ ਬਹੁਤ ਇੰਪੋਰਟੈਂਟ ਹੈਗਾ ਆ। ਹੈਸਪੈਰੀਡੀਨ ਜਿਹੜਾ ਲਿਵਰ ਨੂੰ ਵੀ ਪ੍ਰੋਟੈਕਟ ਕਰਦਾ ਹੈ, ਤੇ ਇਹਦੀ DNA ਡੈਮੇਜ ਨੂੰ ਵੀ ਪ੍ਰੋਟੈਕਟ ਕਰਦਾ ਹੈਗਾ ਆ। ਗ੍ਰੇਪ ਫਰੂਟ ਦੀਆਂ ਜਿਹੜੀਆਂ ਛਿਲਕੇ ਹੈਗੇ ਆ, ਇਹ ਜ਼ਿਆਦਾ ਕੌੜੇ ਹੁੰਦੇ ਆ, ਤੇ ਇਹਨੂੰ ਕਿਸੇ ਹੋਰ ਦੇ ਨਾਲ ਮਿਲਾ ਕੇ, ਸਿਟਰਸ ਫਰੂਟ ਦੇ ਨਾਲ ਮਿਲਾ ਕੇ ਤੁਸੀਂ ਲੈ ਸਕਦੇ ਹੈਗੇ ਆ। ਕੁਕੰਬਰਸ ਜਿਹੜੇ ਖੀਰੇ ਹੈਗੇ ਆ, ਖੀਰਿਆਂ ਦੀ ਬਹੁਤ ਹਾਈਡਰੇਟਿੰਗ ਸਮਰ ਵੈਜੀਟੇਬਲ ਹੈਗੀ ਆ। ਇਹਦੇ ਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈਗੀ ਆ। 96% ਤੱਕ ਜਿਹੜਾ ਫਲੈਸ਼ ਹੈਗਾ ਉਹ ਪਾਣੀ ਦਾ ਹੀ ਬਣਿਆ ਹੈਗਾ ਆ। ਜ਼ਿਆਦਾ ਨਿਊਟ੍ਰੀਐਂਟਸ ਹੁੰਦੇ ਆ, ਫਾਈਬਰ ਹੁੰਦੀ ਆ, ਐਂਟੀਆਕਸੀਡੈਂਟ ਸਕਿਨ ਦੇ ਵਿੱਚ ਹੁੰਦੀ ਹੈਗੀ ਆ, ਤੇ ਇਸ ਕਰਕੇ ਹਾਇਰ ਅਮਾਉਂਟ ਆਫ ਵਿਟਾਮਿਨ K ਇਹਦੇ ਵਿੱਚ ਹੈ। ਸਿਗਨੀਫੀਕੈਂਟ ਬੂਸਟ ਆਫ ਮਿਨਰਲਸ ਜਿਹੜੇ ਹੈਗੇ ਆ, ਕੈਲਸ਼ੀਅਮ, ਸੈਲੇਨੀਅਮ ਤੇ ਮੈਗਨੀਸ਼ੀਅਮ, ਉਹ ਇਹਦੀ ਸਕਿਨ ਦੇ ਵਿੱਚ ਹੁੰਦੇ ਹੈਗੇ ਆ।
ਜਿਹੜੀ ਇਹਦੀ ਛਿਲਕਾ ਹੈਗਾ ਆ ਉਹਦੇ ਵਿੱਚ ਵੀ ਫਲੇਵਨੋਇਡਸ ਹੁੰਦੇ ਆ, ਫਿਨੋਲਿਕ ਕੰਪਾਊਂਡਸ ਹੁੰਦੇ ਆ, ਐਂਟੀਆਕਸੀਡੈਂਟਸ ਤੇ ਐਂਟੀ ਕੈਂਸਰ ਹੈਗੇ ਆ। ਇਹਦਾ ਮਤਲਬ ਇਹ ਆ ਕਿ ਜਦੋਂ ਅਸੀਂ ਕੁਕੰਬਰ ਜਾਂ ਖੀਰਾ ਲੈਣਾ ਆ ਤਾਂ ਉਹਨੂੰ ਹਮੇਸ਼ਾ ਜਿਹੜਾ ਹੈ ਉਹਦੀ ਸਕਿਨ ਦੇ ਨਾਲ ਹੀ ਲੈਣਾ ਚਾਹੀਦਾ ਹੈਗਾ ਆ। ਇਹਦੇ ਉੱਤੇ ਇੱਕ ਹੋਰ ਖਿਆਲ ਰੱਖਣਾ ਹੁੰਦਾ ਹੈ ਕਿ ਅੱਜ ਕੱਲ੍ਹ ਖੀਰਿਆਂ ਦੇ ਉੱਤੇ ਵੈਕਸ ਕੋਟਿੰਗ ਕਰ ਦਿੰਦੇ ਹੈਗੇ ਆ, ਮੋਮ ਦੀ ਕੋਟਿੰਗ ਕਰ ਦਿੰਦੇ ਹੈ, ਜਿਨ੍ਹਾਂ ਨੂੰ ਕਿ ਵਿਨੇਗਰ ਵਾਟਰ ਦੇ ਨਾਲ ਅਸੀਂ ਸਾਫ਼ ਕਰ ਸਕਦੇ ਹੈਗੇ ਆ। ਸਿਰਕੇ ਪਾ ਕੇ ਪਾਣੀ ਦੇ ਵਿੱਚ ਉਹਦੇ ਨਾਲ ਧੋ ਕੇ ਅਸੀਂ ਉਹ ਜਿਹੜਾ ਵੈਕਸ ਹੈਗਾ ਆ ਉੱਪਰੋਂ ਸਾਫ਼ ਕਰ ਸਕਦੇ ਹੈਗੇ ਆ। ਪੀਚੀਜ਼ ਜਿਹੜੀਆਂ ਹੈਗੀਆਂ ਆ ਇਹਨਾਂ ਦੀ ਸਕਿਨ ਜਿਹੜੀ ਆ ਥੋੜੀ ਫਜ਼ੀ ਹੁੰਦੀ ਟੈਕਸਚਰ, ਤੇ ਇਹ ਮਤਲਬ ਥੋੜੇ ਬਾਲ ਜਿਹੇ ਹੁੰਦੇ ਆ, ਤੇ ਫਾਈਬਰ ਜਿਹੜੀ ਹੈਗੀ ਆ ਇਹਦੇ ਵਿੱਚ ਬਹੁਤ ਜ਼ਿਆਦਾ ਹੁੰਦੀ ਆ, ਤੇ ਐਂਟੀਆਕਸੀਡੈਂਟ ਵੀ ਇਹਦੇ ਫਾਈਬਰ ਦੇ ਵਿੱਚ ਮਤਲਬ ਛਿਲਕੇ ਦੇ ਵਿੱਚ ਹੁੰਦੇ ਆ। ਇਹਦੇ ਵਿੱਚ 3 ਗ੍ਰਾਮ ਫਾਈਬਰ ਜਿਹੜੀ ਹੈ ਇੱਕ ਪੀਚ ਦੇ ਵਿੱਚੋਂ ਸਾਨੂੰ ਮਿਲ ਜਾਂਦੀ ਹੈਗੀ ਆ। ਖਾਸ ਕਰਕੇ ਸਕਿਨ ਦੇ ਵਿੱਚ ਹੀ ਹੁੰਦੀ ਆ ਜਿੰਨੀ ਫਾਈਬਰ ਹੈਗੀ ਆ। ਐਂਟੀਆਕਸੀਡੈਂਟ ਕੈਰੋਟੀਨੋਇਡਸ ਲਾਈਕ ਬੀਟਾ ਕੈਰੋਟੋਨ ਜਿਹੜੀ ਹੈਗੀ ਆ, ਵਿਟਾਮਿਨ ਏ ਦਾ ਜਿਹੜਾ ਪ੍ਰੀਕਰਸਰ ਹੈਗਾ, ਉਹ ਇਹਦੇ ਵਿੱਚੋਂ ਮਿਲ ਜਾਂਦਾ ਹੈਗਾ ਆ। ਤੇ ਪੋਲੀਫਿਨੋਲਸ ਲਾਈਕ ਕੈਫਿਕ ਜਿਹੜੇ ਮੈਂ ਪਹਿਲਾਂ ਦੱਸਿਆ, ਤੇ ਕਲੋਰੋਜੈਨਿਕ ਐਸਿਡ ਹੈਗੇ ਆ, ਉਹ ਇਹਦੇ ਜਿਹੜੀ ਛਿੱਲ ਹੁੰਦੀ ਆ ਉਹਦੇ ਵਿੱਚੋਂ ਹੀ ਮਿਲਦੇ ਹੈਗੇ ਆ। ਕਲੋਰੋਜੈਨਿਕ ਐਸਿਡ ਦਾ ਕੰਮ ਹੈਗਾ ਕਿ ਇਹ ਸਾਡੇ ਨੰਬਰ ਆਫ ਡਿਜ਼ੀਜ਼ ਜਿਹੜੀਆਂ ਹੈਗੀਆਂ, ਜਿੱਦਾਂ ਹਾਰਟ ਡਿਜ਼ੀਜ਼ ਹੈ, ਕੈਂਸਰ ਹੈ, ਡਾਇਬਟੀਜ਼ ਹੈ, ਤੇ ਹੈਪੈਟਿਕ ਸਟੀਓਟੋਸਿਸ ਜਿਹਨੂੰ ਅਸੀਂ ਕਹਿੰਦੇ ਆ ਕਿ ਫੈਟੀ ਲਿਵਰ ਹੋ ਜਾਂਦਾ ਆ, ਉਹਦੇ ਲਈ ਬਹੁਤ ਲਾਹੇਵੰਦ ਹੈਗੀ ਆ। ਤੇ ਵਾਟਰਮੈਲਨ ਜਿਹੜਾ ਸਾਡਾ ਹਦਵਾਣਾ ਹੈਗਾ, ਜਿਹਨੂੰ ਅਸੀਂ ਹਦਵਾਣਾ ਕਹਿੰਦੇ ਹੈਗੇ ਆ, ਇਹਦਾ ਜਿਹੜਾ ਚਿੱਟਾ ਹੈਗਾ ਵਿੱਚ, ਉਹ ਕਦੀ ਤੁਸੀਂ ਲਿਆ ਹੈਗਾ? ਇਹਦੇ ਵਿੱਚ ਕਿਉਂਕਿ ਇਹਦੇ ਵਿੱਚ ਵੀ ਤੇ ਵਿਟਾਮਿਨ ਏ ਬਹੁਤ ਹੁੰਦਾ, ਵਿਟਾਮਿਨ ਸੀ, ਪੋਟਾਸ਼ੀਅਮ, ਪਰ ਨੋਟੇਬਲ ਇਹ ਆ ਕਿ ਇਹਦੇ ਵਿੱਚ ਇੱਕ ਹੋਰ ਅਮਾਈਨੋ ਐਸਿਡ ਹੁੰਦਾ ਆ, ਸਿਟਰੁਲੀਨ ਇੱਕ ਅਮਾਈਨੋ ਐਸਿਡ ਆ ਜਿਹੜਾ ਕਿ ਐਸੈਂਸ਼ੀਅਲ ਅਮਾਈਨੋ ਐਸਿਡ ਆਰਜੀਨੀਨ ਦਾ ਪ੍ਰੀਕਰਸਰ ਹੈਗਾ ਆ। ਤੇ ਇਹ ਦੋਨੋਂ ਹੀ ਜਿਹੜੇ ਹੈਗੇ ਆ, ਇਹ ਇੱਕ ਨਾਈਟ੍ਰਿਕ ਆਕਸਾਈਡ ਜਿਹੜੀ ਸਾਡੇ ਬਾਡੀ ਦੇ ਵਿੱਚ ਬਣਦੀ ਹੈਗੀ ਆ, ਜਿਹੜੀ ਕਿ ਸਾਡੀਆਂ ਬਲੱਡ ਵੈਸਲਸ ਨੂੰ ਡਾਇਲੇਟ ਕਰਦੀ ਆ, ਜਿਹਦੇ ਕਰਕੇ ਸਾਡਾ ਬਲੱਡ ਪ੍ਰੈਸ਼ਰ ਵੀ ਘਟ ਜਾਂਦਾ ਹੈਗਾ ਆ, ਤੇ ਸਾਡਾ ਹਾਰਟ ਦੀ ਹੈਲਥ ਵੀ ਠੀਕ ਰਹਿੰਦੀ ਹੈਗੀ ਆ, ਉਹ ਇਹਦੇ ਵਿੱਚ ਹੁੰਦਾ ਹੈਗਾ ਆ। ਸਿਟਰੁਲੀਨ ਜਿਹੜੀ ਹੈ ਸਾਰੇ ਵਾਟਰਮੈਲਨ ਦੇ ਵਿੱਚ ਹੁੰਦੀ ਆ, ਬਟ ਜ਼ਿਆਦਾ ਜਿਹੜੀ ਹੈਗੀ ਆ ਵਾਈਟ ਰਿੰਡ ਜਿਹੜਾ ਹੈਗਾ ਆ ਉਹਦੇ ਵਿੱਚ ਹੁੰਦੀ ਆ, ਗ੍ਰੀਨ ਦੇ ਵਿੱਚ ਨਹੀਂ ਹੁੰਦੀ। ਗ੍ਰੀਨ ਦੇ ਉੱਪਰ ਜਿਹੜਾ ਗ੍ਰੀਨ ਹੈ ਉਹਦੇ ਵਿੱਚ ਨਹੀਂ, ਜਿਹੜੀ ਉੱਪਰਲੀ ਵਾਈਟ ਹੈਗੀ ਆ, ਜਿਹੜੀ ਅਸੀਂ ਸੁੱਟ ਦਿੰਨੇ ਹੈਗੇ ਆ, ਉਹਦੇ ਵਿੱਚ ਇਹ ਜ਼ਿਆਦਾ ਹੁੰਦੀ ਹੈਗੀ ਆ। ਤੇ ਜਿਹੜੇ ਰਿੰਡ ਹੈਗਾ, ਇਹ ਵਾਈਟ ਚੀਜ਼ ਹੈਗੀ ਆ, ਉਹਦੇ ਵਿੱਚ ਹੀ ਜ਼ਿਆਦਾ ਐਂਟੀਆਕਸੀਡੈਂਟਸ ਹੈਗੇ ਆ, ਵਿਟਾਮਿਨ ਸੀ, ਵਿਟਾਮਿਨ B6 ਤੇ ਜ਼ਿੰਕ। ਤੇ ਇਹ ਜਿਹੜਾ ਰਿੰਡ ਹੈਗਾ ਇਹਨੂੰ ਖਾਣਾ ਚਾਹੀਦਾ, ਤੇ ਇਹਦਾ ਅਚਾਰ ਵੀ ਬਣਾ ਸਕਦੇ ਹੈਗੇ ਆ, ਜਾਂ ਚੌਪ ਕਰਕੇ ਸਟਰ ਫਰਾਈ ਕਰਕੇ ਇਹਨਾਂ ਨੂੰ ਲੈ ਸਕਦੇ ਹੈਗੇ ਆ। ਇਸ ਤਰੀਕੇ ਦੇ ਨਾਲ ਇਹਦਾ ਜਿਹੜਾ ਚਿੱਟਾ ਹਿੱਸਾ ਹੈਗਾ ਆ ਉਹ ਇਸਤੇਮਾਲ ਕੀਤਾ ਜਾ ਸਕਦਾ ਹੈਗਾ ਆ। ਐਗ ਪਲਾਂਟ ਵੀ ਫਾਈਬਰ ਦੇ ਵਿੱਚ ਬਹੁਤ ਜ਼ਿਆਦਾ ਰਿਚ ਹੈ, ਵਿਟਾਮਿਨ ਸੀ ਹੈ, ਮੈਂਗਨੀਜ਼ ਹੈ, ਫੋਲੇਟ ਹੈ। ਇਹਨੂੰ ਸਕਿਨ ਦੇ ਨਾਲ ਹੀ ਖਾਣਾ ਚਾਹੀਦਾ ਹੈਗਾ। 3 ਗ੍ਰਾਮ ਫਾਈਬਰ ਜਿਹੜੀ ਹੈ ਇੱਕ ਐਗ ਪਲਾਂਟ ਦੇ ਵਿੱਚੋਂ ਸਾਨੂੰ ਮਿਲ ਜਾਂਦੀ ਹੈਗੀ ਆ। ਤੇ ਇਹਦਾ ਡੀਪ ਪਰਪਲ ਕਲਰ ਜਿਹੜਾ ਹੈਗਾ ਇਹਦੀ ਛਿਲਕੇ ਦਾ, ਉਹ ਐਂਟੀਆਕਸੀਡੈਂਟਸ ਦੇ ਵਿੱਚ ਬਹੁਤ ਜ਼ਿਆਦਾ ਹੈ, ਤੇ ਵਾਈਟ ਇਨਰ ਪੋਰਸ਼ਨ ਦੇ ਨਾਲੋਂ। ਤੇ ਮੇਨ ਜਿਹੜੇ ਹੈ ਐਂਥਰੋਸਾਇਆਨਿਨ ਜਿਹੜੇ ਹੈਗੇ ਐਂਟੀਆਕਸੀਡੈਂਟ, ਇਹਨੂੰ ਕਲਰ ਦਿੰਦੇ ਹੈਗੇ ਆ, ਤੇ ਫ੍ਰੀ ਰੈਡੀਕਲ ਫਾਈਟਰ ਹੈਗੇ ਆ। ਐਂਟੀ ਡਾਇਬੈਟਿਕ ਹੈਗਾ, ਐਂਟੀ ਕੈਂਸਰ ਹੈਗਾ, ਐਂਟੀ ਇਨਫਲੇਮੇਟਰੀ ਹੈਗਾ ਆ। ਸਪੈਸ਼ਲ ਐਂਥੋਸਾਇਆਨਿਨ ਜਿਹੜਾ ਨੈਸੂਨਿਨ ਹੈਗਾ ਆ, ਐਗ ਪਲਾਂਟ ਦੇ ਵਿੱਚ ਸਪੈਸ਼ਲ ਹੈਗਾ ਆ। ਇਹ ਬਹੁਤ ਐਕਟਿਵ ਹੈਗਾ ਫ੍ਰੀ ਰੈਡੀਕਲਸ ਨੂੰ ਖਤਮ ਕਰਨ ਦੇ ਵਿੱਚ। ਸਮਾਲ ਐਗ, ਜਿੰਨੇ ਛੋਟੇ ਐਗ ਪਲਾਂਟ ਦੇ ਫਰੂਟ ਹੁੰਦੇ ਆ, ਉਹਨਾਂ ਦੀ ਜਿਹੜੀ ਛਿਲਕਾ ਹੈਗਾ ਬਹੁਤ ਨਰਮ ਹੁੰਦਾ ਹੈਗਾ ਆ। ਜੁਚਨੀ ਤੇ ਹੋਰ ਸਮਰ ਸਕੁਐਸ਼ ਜਿਹੜੇ ਹੈਗੇ ਆ, ਉਹਨਾਂ ਦੇ ਵਿੱਚ ਇਹ ਵੀ ਕੁਕੁੰਬਰ ਲਾਈਕ ਖੀਰੇ ਕਰਕੇ ਇਨਰ ਪਾਰਟ ਜਿਹੜਾ ਆ ਮੋਸਟਲੀ ਵਾਟਰ ਹੁੰਦਾ, ਪਾਣੀ ਹੁੰਦਾ ਆ, ਤੇ ਆਊਟਰ ਪੀਲ ਜਿਹੜੀ ਹੈਗੀ ਆ ਉਹ ਨਿਊਟ੍ਰੀਐਂਟ ਡੈਂਸ ਹੁੰਦੀ ਹੈ, ਉਹਦੇ ਵਿੱਚ ਹੀ ਸਾਰੇ ਜਿਹੜੇ ਨਿਊਟ੍ਰੀਐਂਟ ਹੈਗੇ ਆ ਉਹ ਸਮਾਏ ਹੋਏ ਆ।
ਇਹ ਫਾਈਬਰ ਵੀ ਜ਼ਿਆਦਾ ਹੈ, ਵਿਟਾਮਿਨ ਸੀ ਹੈ, ਪੋਟਾਸ਼ੀਅਮ ਹੈ, ਤੇ ਮਿਨਰਲਸ ਜਿਹੜੇ ਮੈਗਨੀਸ਼ੀਅਮ ਤੇ ਕੈਲਸ਼ੀਅਮ ਹੈ ਉਹ ਵੀ ਇਹਦੇ ਵਿੱਚ ਹੈਗੇ ਆ। ਜੇ ਹਾਇਰ ਇਨਟੇਕ ਆਫ ਕੈਰੋਟੀਨੋਇਡਸ ਲਾਈਕ ਲਿਊਟੀਨ, ਬੀਟਾ ਕੈਰੋਟੀਨ ਤੇ ਜ਼ੀਆਜ਼ੈਂਥਿਨ ਇਹਦੇ ਵਿੱਚ ਪ੍ਰੈਜ਼ੈਂਟ ਹੈਗੇ ਆ, ਜਿਹੜੇ ਕਿ ਅੱਖਾਂ ਦੇ ਲਈ ਬਹੁਤ ਇੰਪੋਰਟੈਂਟ ਹੈਗੇ ਆ, ਨਿਗਾਹ ਨੂੰ ਸਾਡੀ ਨੂੰ ਬਹੁਤ ਪ੍ਰੋਟੈਕਟ ਕਰਦੇ ਹੈਗੇ ਆ। ਤੇ ਏਜ ਰਿਲੇਟਡ ਮੈਕੂਲਰ ਡੀਜਨਰੇਸ਼ਨ, ਜਿਨ੍ਹਾਂ ਦੀ ਅੱਖਾਂ ਦੀ ਰੋਸ਼ਨੀ ਜਿਹੜੀ ਉਮਰ ਕਰਕੇ ਘਟ ਜਾਂਦੀ ਹੈਗੀ ਆ, ਤੇ ਕੈਟਾਰੈਕਟ ਜਿਹੜਾ ਹੈਗਾ, ਜਿਹੜਾ ਸਾਡਾ ਚਿੱਟਾ ਮੋਤੀਆ ਹੈ, ਉਹਦੇ ਲਈ ਇਹ ਸਾਰੀ ਚੀਜ਼ ਬਹੁਤ ਇੰਪੋਰਟੈਂਟ ਹੈਗੀ ਆ। ਇਹਦੀ ਯੈਲੋ ਵੈਰਾਈਟੀ ਜਿਹੜੀ ਹੈਗੀ ਆ ਸਮਰ ਸਕੁਐਸ਼ ਦੀ, ਉਹ ਐਂਟੀਆਕਸੀਡੈਂਟ ਐਕਟੀਵਿਟੀ ਦੇ ਵਿੱਚ ਬਹੁਤ ਜ਼ਿਆਦਾ ਹੁੰਦੀ ਹੈਗੀ ਆ। ਤੇ ਜਿਹੜੇ ਛੋਟੇ ਪੀਸ ਹੈਗੇ ਆ, ਉਹਨਾਂ ਦੀ ਜਿਹੜੀ ਸਕਿਨ ਹੈਗੀ ਆ ਉਹ ਜ਼ਿਆਦਾ ਟੈਂਡਰ ਹੁੰਦੀ ਹੈਗੀ ਆ, ਨਰਮ ਹੁੰਦੀ ਹੈਗੀ ਆ। ਪੰਪਕਿਨਸ ਜਿਹੜੇ ਆ, ਕੱਦੂ ਹੈਗਾ, ਕੱਦੂ ਦਾ ਵੀ ਡੀਪ ਔਰੰਜ ਫਲੈਸ਼ ਜਿਹੜੀ ਹੈਗੀ ਪੰਪਕਿਨਸ ਦੀ, ਇਹਦੇ ਵਿੱਚ ਬਹੁਤ ਸਾਰੇ ਨਿਊਟ੍ਰੀਐਂਟਸ ਹੁੰਦੇ ਆ, ਜਿਹੜੇ ਕਿ ਵਿਟਾਮਿਨ ਏ, ਸੀ, ਈ, ਪੋਟਾਸ਼ੀਅਮ ਤੇ ਕੈਰੋਟੀਨੋਇਡਸ ਦੇ ਨਾਲ ਭਰੀ ਹੋਈ ਹੈਗੀ ਆ। ਇਹਦੀ ਪੀਲ ਜਿਹੜੀ, ਇਹਦੀ ਛਿਲਕਾ ਹੈਗਾ ਆ, ਉਹ ਉਨੇ ਹੀ ਹੁੰਦੇ ਆ ਜਿੰਨੇ ਕਿ ਇਹਦੀ ਫਲੈਸ਼ ਦੇ ਵਿੱਚ ਹੁੰਦੇ ਆ। ਤੇ ਫਲੇਵੋਨੋਇਡਸ ਹੁੰਦੇ ਆ, ਫਿਨੋਲਿਕ ਕੰਪਾਊਂਡਸ ਹੁੰਦੇ ਆ, ਪਾਵਰਫੁਲ ਐਂਟੀਆਕਸੀਡੈਂਟਸ ਜਿਹੜੇ ਹੈਗੇ ਆ, ਜਿਹੜਾ ਕਿ ਐਂਟੀ ਕੈਂਸਰ ਹੈਗੇ ਆ, ਉਹ ਇਹਦੇ ਵਿੱਚ ਹੁੰਦੇ ਹੈਗੇ ਆ। ਇਹਦੇ ਵਿੱਚ ਸੋਲੂਬਲ ਫਾਈਬਰ ਜਿਹੜੀ ਪੈਕਟਿਨ ਹੈ ਉਹ ਹੁੰਦੀ ਆ, ਗਟ ਹੈਲਥ ਤੇ ਕਨਸਟੀਪੇਸ਼ਨ ਨੂੰ ਰਿਲੀਵ ਕਰਦੀ ਹੈਗੀ ਆ। ਜਿਹੜੀਆਂ ਇਹਦੇ ਛਿਲਕੇ ਹੈਗੇ ਆ, ਉਹਨਾਂ ਨੂੰ ਕੁੱਕ ਕਰਨ ਦੇ ਲਈ ਟਾਈਮ ਜ਼ਿਆਦਾ ਲੱਗਦਾ ਆ, ਥੋੜੀਆਂ ਸਖਤ ਹੁੰਦੀਆਂ ਹੈਗੀਆਂ, ਇਸ ਕਰਕੇ ਸਮਾਂ ਜਿਹੜਾ ਆ ਉਹਦੇ ਵਿੱਚ ਜ਼ਿਆਦਾ ਲਾਉਣਾ ਪੈਂਦਾ ਹੈਗਾ ਆ। ਪੀਅਰਸ ਜਿਹੜੀਆਂ ਹੈਗੀਆਂ, ਨਾਸ਼ਪਾਤੀਆਂ, ਇੱਕ ਮੀਡੀਅਮ ਪੀਅਰ ਜਿਹੜੀ ਹੈਗੀ ਆ 5 ਗ੍ਰਾਮ ਫਾਈਬਰ ਦੇ ਦਿੰਦੀ ਹੈ ਇੱਕ ਉਹਦੇ ਛਿਲਕੇ ਦੇ ਵਿੱਚ, ਜਿਹੜੀ ਕਿ ਸੋਲੂਬਲ ਤੇ ਇਨਸੋਲੂਬਲ ਦੋਨੋਂ ਹੀ ਹੈਗੀਆਂ, ਗੁੱਡ ਫॉर ਗਟ ਬੈਕਟੀਰੀਆ ਦੇ ਲਈ ਬਹੁਤ ਅੱਛੀਆਂ ਹੈਗੀਆਂ ਆ। ਜਿਹੜੀਆਂ ਪੀਲਸ ਦੇ ਵਿੱਚ, ਇਹਨਾਂ ਦੀ ਛਿਲਕੇ ਦੇ ਵਿੱਚ ਐਂਥੋਸਾਇਆਨਿਨਸ ਹੈਗੇ ਆ, ਰੈੱਡ ਪੀਅਰਸ ਦੇ ਵਿੱਚ ਲੂਟੀਨ ਤੇ ਜ਼ੀਆਜ਼ੈਂਥਿਨ ਜਿਹੜੀਆਂ ਉਹ ਗ੍ਰੀਨ ਹਰੀਆਂ ਜਿਹੜੀਆਂ ਹੈਗੀਆਂ ਪੀਅਰਸ, ਉਹਨਾਂ ਦੇ ਵਿੱਚ ਹੁੰਦਾ, ਤੇ ਪੋਲੀਫਿਨੋਲਸ ਹੁੰਦੇ ਸਾਰਿਆਂ ਦੇ ਵਿੱਚ। ਸਾਰੀਆਂ ਜਿਹੜੀਆਂ ਇਨਫਲੇਮੇਸ਼ਨ ਨੂੰ ਘਟਾਉਂਦੀਆਂ ਹੈਗੀਆਂ ਆ। ਇਹਨਾਂ ਦੇ ਵਿੱਚ ਇੱਕ ਹੋਰ ਕੁਐਰਸੀਟਿਨ ਨਾਂ ਦਾ ਐਂਟੀਆਕਸੀਡੈਂਟ ਹੁੰਦਾ, ਮਤਲਬ ਐਂਟੀਆਕਸੀਡੈਂਟ, ਜਿਹੜਾ ਕਿ ਹੈਲਥ ਦੇ ਲਈ, ਹਾਰਟ ਹੈਲਥ ਲਈ ਬਹੁਤ ਵਧੀਆ ਹੈਗਾ ਆ। ਬਲੱਡ ਪ੍ਰੈਸ਼ਰ ਵੀ ਘਟਾਉਂਦਾ ਆ ਤੇ ਕੋਲੇਸਟ੍ਰੋਲ ਵੀ ਘਟਾਉਂਦਾ ਹੈਗਾ ਆ। ਤੇ ਇਹਦੀ ਟੈਕਸਚਰ ਜਿਹੜੀ ਹੈਗੀ ਆ, ਕਈ ਵਾਰੀ ਪੀਲ ਦੀ ਜਿਹੜੀ ਹੈਗੀ ਆ ਉਹ ਠੀਕ ਨਹੀਂ ਲੱਗਦੀ, ਤੇ ਫਿਰ ਤੁਸੀਂ ਮਤਲਬ ਛੋਟੇ-ਛੋਟੇ ਪੀਸ ਕਰਕੇ ਇਹਨੂੰ ਤੁਸੀਂ ਲੈ ਸਕਦੇ ਆ, ਫਿਰ ਤੁਹਾਨੂੰ ਇੰਨੀ ਨੋਟਿਸ ਨਹੀਂ ਹੋਏਗਾ। ਕੀਵੀ ਫਰੂਟ ਜਿਹੜਾ ਹੈਗਾ ਆ, ਇਹਦੀ ਸਕਿਨ ਵੀ ਜਿਹੜੀ ਹੈਗੀ ਆ ਉਹ ਫੁਜ਼ੀ ਹੁੰਦੀ ਆ ਥੋੜ੍ਹੀ ਜਿਹੀ, ਤੇ ਐਡੀਬਲ ਹੈ, ਖਾਣਯੋਗ ਹੁੰਦੀ ਆ, ਨਿਊਟ੍ਰੀਸ਼ੀਅਸ ਜ਼ਿਆਦਾ ਹੁੰਦੀ ਹੈਗੀ ਆ, ਫਾਈਬਰ ਦੇ ਵਿੱਚ ਰਿਚ ਹੈਗੀ ਆ, ਡਬਲ ਟ੍ਰਿਪਲ ਫਾਈਬਰ ਕੰਟੈਂਟ ਹੈਗਾ ਇਹਦਾ ਗੁੱਦੇ ਨਾਲੋਂ। ਸਿਗਨੀਫਿਕੈਂਟਲੀ ਫੋਲੇਟ ਤੇ ਵਿਟਾਮਿਨ ਈ ਕੰਟੈਂਟ ਜਿਹੜਾ ਹੈਗਾ ਇਹਦੀ ਛਿਲਕੇ ਦੇ ਵਿੱਚ ਕਾਫੀ ਹੁੰਦਾ ਹੈਗਾ ਆ। ਐਂਟੀਆਕਸੀਡੈਂਟ ਕੰਸਨਟ੍ਰੇਟਡ ਇਨ ਪੀਲ, ਜਿਹੜੀ ਮਤਲਬ ਜਿੰਨੇ ਐਂਟੀਆਕਸੀਡੈਂਟ ਹੈਗੇ ਆ ਉਹ ਸਾਰੇ ਇਹਦੇ ਛਿਲਕੇ ਦੇ ਵਿੱਚ ਹੀ ਹੁੰਦੇ ਹੈਗੇ ਆ। ਬਹੁਤ ਵਧੀਆ ਸੋਰਸ ਵਿਟਾਮਿਨ ਸੀ ਦਾ ਹੈ, ਵਿਟਾਮਿਨ ਈ ਦਾ ਹੈ, ਫਲੇਵੋਨੋਇਡਸ ਹੈ, ਕ੍ਰੈਟੀਨੋਇਡਸ ਹੈਗੇ ਆ, ਤੇ ਫਿਨੋਲਿਕ ਕੰਪਾਊਂਡਸ ਹੈਗੇ ਆ, ਜਿਹੜੇ ਕਿ ਇਹਦੇ ਛਿਲਕੇ ਦੇ ਵਿੱਚ ਹੈਗੇ ਆ। ਇਹ ਸਕ੍ਰੈਪਿੰਗ ਕਰਕੇ ਇਨਰ ਪੋਰਸ਼ਨ ਤੁਸੀਂ ਲੈ ਸਕਦੇ ਹੈਗੇ ਆ, ਤੇ ਇਹਦੀ ਜਿਹੜੀ ਉੱਪਰਲਾ ਸਕਿਨ ਹੈਗੀ ਆ ਉਹਨੂੰ ਰੱਬ ਕਰਕੇ ਤੁਸੀਂ ਕਲੌਥ ਦੇ ਨਾਲ, ਜਿਹੜਾ ਉੱਪਰ ਇਹਦੇ ਹੈ ਉਹਦੇ ਨਾਲ ਸਾਫ਼ ਕਰ ਸਕਦੇ ਹੈਗੇ ਆ। ਫਿਰ ਛੋਟੇ-ਛੋਟੇ ਪੀਸ ਕਰਕੇ ਇਹਨੂੰ ਸਰਕਲਸ ਦੇ ਵਿੱਚ ਉਹ ਤੁਸੀਂ ਜਦੋਂ ਕਿ ਫੁਜ਼ੀਨੈਸ ਜਿਹੜੀ ਹੈ ਇਹਦੀ ਫਿਰ ਨੋਟਿਸ ਨਹੀਂ ਹੁੰਦੀ, ਉਹ ਤੁਸੀਂ ਲੈ ਸਕਦੇ ਹੈਗੇ ਆ। ਐਪਰੀਕੋਟਸ ਜਿਹੜੇ ਹੈਗੇ ਆ, ਇਹ ਆੜੂ ਵਗੈਰਾ ਨਿਊਟ੍ਰੀਐਂਟ ਪੈਕਡ ਫਰੂਟਸ ਹੈਗੇ ਆ, ਕੈਰੋਟੀਨੋਇਡਸ ਤੇ ਐਂਟੀਆਕਸੀਡੈਂਟ, ਲੂਟਿਨ, ਜ਼ੀਆਜ਼ੈਂਥੀ ਤੇ ਬੀਟਾ ਕੈਰੋਟੀਨ ਜਿਹੜੀਆਂ ਅੱਖਾਂ ਦੇ ਲਈ ਬਹੁਤ ਇੰਪੋਰਟੈਂਟ ਹੈਗੇ ਆ, ਉਹ ਇਹਨਾਂ ਦੇ ਵਿੱਚ ਹੁੰਦੇ ਹੈਗੇ ਆ। ਤੇ ਇਹ ਸਾਰੇ ਜਿਹੜੇ ਆ ਜ਼ਿਆਦਾ ਛਿਲਕੇ ਦੇ ਵਿੱਚ ਹੁੰਦੇ ਆ ਪਲਪ ਨਾਲੋਂ। ਇਹ 2 ਤੋਂ 4 ਟਾਈਮ ਜ਼ਿਆਦਾ ਮਤਲਬ ਇਹਦੇ ਛਿਲਕੇ ਦੇ ਵਿੱਚ ਹੈਗੇ ਆ ਪਲਪ ਨਾਲੋਂ। ਕੁਐਰਸੀਟੀਨ ਜਿਹੜਾ ਇੱਕ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੈਗਾ ਆ, ਪੋਲੀਫਿਨੋਲ, ਇਹ ਹਾਰਟ ਹੈਲਦੀ ਨਿਊਟ੍ਰੀਐਂਟ ਹੈਗਾ, ਜਿਹੜਾ ਕਿ ਪੀਲਸ ਦੇ ਵਿੱਚ ਜ਼ਿਆਦਾ ਹੁੰਦਾ ਹੈਗਾ ਆ, ਛਿਲਕੇ ਦੇ ਵਿੱਚ ਜ਼ਿਆਦਾ ਹੁੰਦਾ ਹੈਗਾ ਆ।
ਮੈਂਗੋਜ਼ ਜਿਹੜੇ ਅਸੀਂ ਸਾਡਾ ਫੇਵਰੇਟ ਫਰੂਟ ਹੈਗਾ ਆ, ਇਹ ਮੋਸਟ ਨਿਊਟ੍ਰੀਸ਼ੀਅਸ ਫਰੂਟ ਹੈਗਾ ਆ। ਇਹਦੇ ਛਿਲਕੇ ਦੇ ਵਿੱਚ ਨਿਊਟ੍ਰੀਐਂਟ ਡੈਂਸ ਹੈਗਾ ਆ, ਐਂਟੀਆਕਸੀਡੈਂਟ ਤੇ ਵਿਟਾਮਿਨਸ ਜਿਹੜੇ ਆ ਉਹਦੇ ਨਾਲ ਭਰਪੂਰ ਹੈਗਾ ਆ। ਇਹ ਵਿਟਾਮਿਨ ਸੀ, ਵਿਟਾਮਿਨ ਈ, ਪੋਲੀਫੀਨੋਲਸ ਤੇ ਕੈਰੋਟੀਨੋਇਡਸ ਦੇ ਨਾਲ ਪੂਰੀ ਤਰ੍ਹਾਂ ਭਰਿਆ ਆ। ਤੇ ਪਲਾਂਟ ਕੰਪਾਊਂਡਸ ਜਿਹੜੇ ਆ ਇਹਦੇ ਵਿੱਚ ਖਾਸ ਜਿਹੜੇ ਹੈਗੇ ਆ, ਟ੍ਰਾਈਟਰਪੀਨ ਐਂਟੀ ਇਨਫਲੇਮੇਟਰੀ ਹੈਗੇ, ਟ੍ਰਾਈਟਰਪੀਨਸ ਜਿਹੜੇ ਕਿ ਐਂਟੀ ਇਨਫਲੇਮੇਟਰੀ ਵੀ ਹੈਗੇ ਆ, ਐਂਟੀ ਕੈਂਸਰ ਹੈਗੇ ਆ, ਐਂਟੀ ਡਾਇਬੈਟਿਕ ਹੈਗੇ ਆ। ਇਹ ਮਤਲਬ ਛਿਲਕੇ ਦੇ ਵਿੱਚੋਂ ਮਿਲਦੇ ਹੈਗੇ ਆ। 40.6 ਤੋਂ 72.5% ਜਿਹੜੀ ਛਿਲਕਾ ਹੈਗਾ ਆ, ਉਹਦੇ ਵਿੱਚੋਂ ਫਾਈਬਰ ਹੈਗੀ ਆ। ਇਹ ਸਾਡੇ ਡਾਈਜੈਸ਼ਨ ਨੂੰ ਵੀ ਠੀਕ ਰੱਖਦਾ ਹੈ, ਰੈਗੂਲਰ ਤੇ ਸਟਾਈਟੀ ਜਿਹੜੀ ਹੈਗੀ ਆ ਉਹਨੂੰ ਵੀ ਕਾਇਮ ਰੱਖਦਾ ਹੈਗਾ। ਇਹਦੇ ਵਿੱਚ ਇੱਕ ਕਾਸ਼ਨ ਰੱਖਣ ਦੀ ਜ਼ਰੂਰਤ ਹੈਗੀ ਆ ਕਿ ਇੱਕ ਕੈਮੀਕਲ ਹੁੰਦਾ ਹੈਗਾ ਆ ਜਿਹਨੂੰ ਉਰੂਸ਼ਿਆਲ ਕਹਿੰਦੇ ਹੈਗੇ ਆ, ਜਿਹੜਾ ਕਿ ਪੋਇਜ਼ਨ ਈਵੀ ਦੇ ਵਿੱਚ ਵੀ ਪਾਇਆ ਜਾਂਦਾ ਹੈਗਾ ਆ। ਪਰ ਪੋਇਜ਼ਨ ਈਵੀ ਨਾਲੋਂ ਇਹਦੇ ਵਿੱਚ ਬਹੁਤ ਥੋੜੀ ਮਾਤਰਾ ਦੇ ਵਿੱਚ ਹੁੰਦਾ ਆ। ਇਸ ਕਰਕੇ ਇਹਦੀ ਜਿਹੜੇ ਛਿਲਕੇ ਨੂੰ ਲੈਣਾ ਜਦੋਂ ਸ਼ੁਰੂ ਕਰਨਾ ਹੈਗਾ ਆ, ਤਾਂ ਥੋੜਾ ਪਹਿਲਾਂ ਸ਼ੁਰੂ ਕਰਨਾ ਹੈਗਾ, ਜਿਸ ਤਰ੍ਹਾਂ ਤੁਹਾਡੀ ਬਾਡੀ ਉਹਨੂੰ ਮਤਲਬ ਹਜ਼ਮ ਕਰਨਾ ਸ਼ੁਰੂ ਕਰ ਦੇਗੀ, ਤੇ ਫਿਰ ਤੁਸੀਂ ਇਹਨੂੰ ਜ਼ਿਆਦਾ ਮਾਤਰਾ ਦੇ ਵਿੱਚ ਲੈ ਸਕਦੇ ਇਹਦੀ ਛਿਲਕੇ ਨੂੰ। ਵੈਸੇ ਤਾਂ ਆਪਣੇ ਇੰਡੀਆ ਦੇ ਵਿੱਚ ਇਹਦੇ ਛਿਲਕੇ ਤੋਂ ਕਾਫੀ ਚੀਜ਼ਾਂ ਵੀ ਬਣਾਈਆਂ ਜਾਂਦੀਆਂ ਹੈਗੀਆਂ ਆ, ਤੇ ਇਸੇ ਕਰਕੇ ਜਿਹੜਾ ਮੈਂਗੋਜ਼ ਹੈਗੇ ਆ ਇਹ ਬਹੁਤ ਇੰਪੋਰਟੈਂਟ ਹੈਗੇ ਆ ਇਹਦੇ ਨਿਊਟ੍ਰੀਐਂਟਸ ਕਰਕੇ। ਟਮਾਟਰ ਜਿਹੜੇ ਹੈਗੇ ਆ, ਇਹ ਵੀ ਟੌਪ ਐਂਟੀਆਕਸੀਡੈਂਟ ਲਾਈਕੋਪੀਨ ਜਿਹੜਾ ਹੈਗਾ, ਹਾਰਟ ਹੈਲਥ ਤੇ ਐਂਟੀ ਕੈਂਸਰ ਹੈਗਾ, ਉਹ ਇਹਦੇ ਵਿੱਚ ਬਹੁਤ ਹੁੰਦਾ ਹੈਗਾ ਆ। ਜੇ ਅਸੀਂ ਇਹਦੀ ਛਿਲਕੇ ਨੂੰ ਰਿਮੂਵ ਕਰ ਦਈਏ ਤਾਂ ਲਾਈਕੋਪੀਨ ਜਿਹੜੀ ਹੈਗੀ ਆ 71% ਘਟ ਜਾਂਦੀ ਹੈਗੀ ਆ, ਤੇ ਇੰਨੀ ਹੀ ਬੀਟਾ ਕੈਰੋਟੀਨ ਜਿਹੜੀ ਕਿ ਵਿਟਾਮਿਨ ਏ ਦੀ ਪ੍ਰੀਕਰਸਰ ਹੈਗੀ ਆ, ਉਹ ਵੀ ਅੱਧੀ ਹੋ ਜਾਂਦੀ ਹੈਗੀ ਆ। ਇਹ ਇੱਕ ਇਹਦੇ ਵਿੱਚ ਖਾਸ ਫਲੈਵੋਨੋਇਡਸ ਹੈਗਾ ਜਿਹੜਾ ਨੈਰਿਨਜੈਨਿਨ, ਜਿਹੜਾ ਕਿ ਨੈਰਿਨਜੈਨਿਨ ਚਾਲਕੋਨ ਦੇ ਵਰਗਾ ਹੀ ਹੈਗਾ ਆ। ਜਿਹੜਾ ਨੈਰਿਨਜੈਨਿਨ ਹੈਗਾ ਆ ਇਹ ਐਂਟੀ ਡਾਇਬੈਟਿਕ ਹੈਗਾ, ਐਂਟੀਆਕਸੀਡੈਂਟ। ਨੈਰਿਜਨ ਚਾਲਕੋਨ ਜਿਹੜਾ ਹੈਗਾ ਆ ਇਹ ਐਂਟੀ ਅਲਰਜਿਕ ਹੈਗਾ ਆ। ਮਤਲਬ ਇਹਦੇ ਨਾਲ ਜਿਹੜੀ ਸਾਡੇ ਖਾਰਿਸ਼ ਵਗੈਰਾ ਹੁੰਦੀ ਆ ਜਾਂ ਅਲਰਜੀਆਂ ਦੀਆਂ ਪ੍ਰੋਬਲਮ ਹੈਗੀਆਂ, ਉਹ ਇਹਦੇ ਨਾਲ ਠੀਕ ਹੋ ਜਾਂਦੀਆਂ, ਤੇ ਇਹ ਹਿਸਟਾਮੀਨ ਨੂੰ ਰਿਲੀਜ਼ ਨੂੰ ਵੀ ਬੰਦ ਕਰ ਦਿੰਦਾ ਹੈਗਾ ਆ। ਕੈਰਟਸ ਜਿਹੜੀਆਂ ਸਾਡੀਆਂ ਗਾਜਰਾਂ ਹੈਗੀਆਂ ਆ, ਇਹ ਕਾਫੀ ਪੀਲ ਸਕਿਨ ਜਿਹੜੀ ਹੈਗੀ ਆ, ਇਹ ਹਾਰਡ ਸਕਰਬ ਦਿੰਦੀ ਹੈਗੀ ਆ। ਪੀਲ ਜਿਹੜੀ ਹੈਗੀ ਆ ਰਹਿੰਦੀ ਆ ਉੱਪਰ। ਇਹਦੇ ਵਿੱਚ 3 ਲੇਅਰ ਹੁੰਦੀਆਂ ਹੈ ਗਾਜਰਾਂ ਦੇ ਵਿੱਚ। ਜਿਹੜੀ ਆਊਟਰ ਪੀਲ ਹੈਗੀ ਆ ਉਹ ਫਲੋਇਮ, ਨੈਕਸਟ ਜ਼ਾਈਲਮ ਤੇ ਇਨਰ ਕੋਰ ਹੁੰਦੀ ਹੈਗੀ ਆ ਜ਼ਾਈਲਮ। ਮਤਲਬ ਇਨਰ ਕੋਰ ਜਿਹੜੀ ਜ਼ਾਈਲਮ ਹੈ ਉਹਦੇ ਉੱਪਰ ਫਲੋਇਮ ਹੈ ਤੇ ਉੱਪਰ ਪੀਲ ਹੁੰਦੀ ਹੈਗੀ ਆ। ਜਿਹੜੀ ਜ਼ਾਈਲਮ ਹੈਗੀ ਆ, ਇਨਰ ਕੋਰ ਹੈਗਾ ਜਿਹੜਾ ਚਿੱਟਾ ਜਿਹਾ ਵਿੱਚੋਂ ਨਿਕਲਦਾ ਹੈਗਾ ਆ, ਉਹਦੇ ਵਿੱਚ ਕੈਲਸ਼ੀਅਮ, ਮੈਗਨੀਸ਼ੀਅਮ ਤੇ ਪੋਟਾਸ਼ੀਅਮ ਤੇ ਫਾਸਫੋਰਸ ਹੁੰਦੇ ਹੈਗੇ ਆ। ਜਿਹੜੀ ਪੀਲ ਹੈਗੀ ਆ ਤੇ ਫਲੋਇਮ ਉੱਪਰਲਾ ਹਿੱਸਾ ਹੈਗਾ ਆ, ਉਹਦੇ ਵਿੱਚ ਇਕੁਅਲ ਅਮਾਉਂਟ ਦਾ ਬੀਟਾ ਕੈਰੋਟੀਨ ਹੈਗਾ, ਜਿਹੜਾ ਵਿਟਾਮਿਨ ਏ ਦਾ ਪ੍ਰੀਕਰਸਰ ਹੈਗਾ ਆ। ਜੇ ਤੁਸੀਂ ਉਹ ਮਤਲਬ ਪੀਲ ਕਰ ਦਿੰਦੇ ਹੈਗੇ ਆ, ਲਾ ਦਿੰਦੇ ਹੈਗੇ ਆ, ਤਾਂ ਉਹਦੇ ਨਾਲ ਅੱਧਾ ਜਿਹੜਾ ਹੈਗਾ ਬੀਟਾ ਕੈਰੋਟੀਨ ਤੁਸੀਂ ਗਵਾ ਲੈਂਦੇ ਹੈਗੇ ਆ। ਜਿਹੜੀ ਪੀਲ ਹੈਗੀ ਆ, ਜਿਹੜਾ ਛਿਲਕਾ ਹੈਗਾ ਆ, ਉਹ ਵੀ ਬੈਟਰ ਸੋਰਸ ਹੈਗਾ ਆ ਹੋਰ ਕੈਰੋਟੀਨੋਇਡਸ ਦਾ, ਜਿਹੜੇ ਫੇਨੋਲਿਕ ਐਸਿਡ ਹੈਗਾ ਆ ਤੇ ਅਦਰ ਫਿਲੋਇਮ ਐ ਜ਼ਾਈਲਮ ਦੇ ਨਾਲੋਂ। ਵਿਟਾਮਿਨ ਸੀ ਤੇ ਨਾਇਆਸਿਨ ਜਿਹੜੇ ਹੈ ਉਹ ਪੀਲ ਦੇ ਵਿੱਚ ਕੰਸਨਟ੍ਰੇਟਡ ਹੈਗੇ ਆ, ਬਟ ਫਾਈਬਰ ਕੰਟੈਂਟ ਜਿਹੜਾ ਆ ਉਹ ਇਹਦੇ ਵਿੱਚ ਨਹੀਂ ਹੁੰਦਾ। ਜਿਹੜੀ ਪੀਲ ਹੈਗੀ ਆ ਉਹਦੇ ਵਿੱਚ ਫਾਈਬਰ ਨਹੀਂ ਇੰਨੀ ਹੁੰਦੀ, ਬਟ ਵਿਟਾਮਿਨ ਸੀ ਤੇ ਨਾਇਆਸਿਨ ਜਿਹੜਾ ਵਿਟਾਮਿਨ B3 ਆ, ਉਹ ਇਹਦੀ ਪੀਲ ਦੇ ਵਿੱਚ, ਇਹਦੇ ਛਿਲਕੇ ਦੇ ਵਿੱਚ ਹੁੰਦਾ ਹੈ ਗਾਜਰਾਂ ਦੇ। ਗ੍ਰੇਪਸ ਜਿਹੜੇ ਅੰਗੂਰ ਹੈਗੇ ਆ, ਇਹ ਪੀਲਸ ਜਿਹੜੀਆਂ ਹੈਗੀਆਂ ਆ ਜ਼ਿਆਦਾ ਹੈਲਦੀ ਹੈਗੀਆਂ। ਪਾਵਰਫੁਲ ਰੈਸਵੈਰਾਟਰੋਲ ਇਹਦੇ ਵਿੱਚ ਹੈਗੀ ਆ। ਰੈਸਵੈਰਾਟਰੋਲ ਜਿਹੜੀ ਆ ਉਹ ਟੋਟਲ ਕੋਲੇਸਟਰੋਲ ਨੂੰ ਘਟਾਉਂਦੀ ਹੈਗੀ ਆ। ਸਾਡੀ ਜਿਹੜੀ ਗੁੱਡ ਕੋਲੇਸਟਰੋਲ HDL ਆ ਉਹਨੂੰ ਵਧਾਉਂਦੀ ਹੈਗੀ ਆ, ਤੇ ਲੋਅਰ LDL ਨੂੰ ਵੀ ਘਟਾਉਂਦੀ ਹੈਗੀ ਆ। ਐਂਟੀ ਐਥੀਰੋਸਕਲੇਰੋਟਿਕ ਇਫੈਕਟ ਹੈਗਾ ਆ। ਰਪਚਰ ਆਫ ਬਲੱਡ ਕਲੌਟ ਜਿਹੜਾ ਆ ਉਹਨੂੰ ਵੀ ਘਟਾਉਂਦੀ ਹੈਗੀ ਆ। ਰੈਸਵੈਰਾਟਰੋਲ ਜਿਹੜੀ ਆ ਨੀਰੋ ਪ੍ਰੋਟੈਕਟਿਵ ਹੈ, ਬ੍ਰੇਨ ਦੇ ਲਈ ਬਹੁਤ ਇੰਪੋਰਟੈਂਟ ਹੈਗੀ ਆ। ਜਿਹੜੀਆਂ ਸਾਡੇ
ਬਿਮਾਰੀਆਂ ਇਹੋ ਜਿਹੀਆਂ ਦਿਮਾਗੀ ਬਿਮਾਰੀਆਂ ਉਹਨਾਂ ਨੂੰ ਘਟਾਉਂਦੀ ਹੈ। ਜਿੱਦਾਂ ਜਿੱਦਾਂ ਏਜ ਵੱਧਦੀ ਹੈ ਤੇ ਜਿਹੜੀ ਹੈਗੀ ਆ ਏਡੀ ਹੈਗੀ ਆ, ਉਹਨੂੰ ਵੀ ਰਿਸਕ ਨੂੰ ਵੀ ਘਟਾਉਂਦੀ ਹੈਗੀ ਆ। ਐਂਟੀ ਏਜਿੰਗ ਪ੍ਰੋਪਰਟੀਜ਼ ਇਹਦੀ ਸਕਿਨ ਦੇ ਵਿੱਚ ਹੁੰਦੀਆਂ ਆ, ਤੇ ਅਲਟਰਾ ਵਾਇਲਟ ਜਿਹੜਾ ਡੈਮੇਜ ਹੈਗਾ ਆ ਉਹਦੇ ਤੋਂ ਵੀ ਇਹ ਪ੍ਰੋਟੈਕਟ ਕਰਦੀ ਹੈਗੀ ਆ। ਜਿਹੜੀਆਂ ਰਿੰਕਲਸ ਸਾਡੇ ਪੈ ਜਾਂਦੀਆਂ ਹੈਗੀਆਂ, ਡਾਰਕ ਸਪੌਟਸ ਹੋ ਜਾਂਦੇ ਹੈਗੇ ਆ, ਤੇ ਇਹ ਜਿਹੜੀ ਸਾਡੀ ਝੁਰੜੀਆਂ ਪੈ ਜਾਂਦੀਆਂ ਹੈਗੀਆਂ, ਉਹਨਾਂ ਤੋਂ ਵੀ ਰਿੰਕਲਸ ਜਿਹੜੀਆਂ ਹੈਗੀਆਂ, ਜਾਂ ਜਿਹੜੇ ਕੋਲੇਜਨ ਪ੍ਰੋਡਕਸ਼ਨ ਹੈਗੀ ਆ ਉਹਨੂੰ ਬੂਸਟ ਕਰਦੀ ਹੈਗੀ ਆ, ਰਿੰਕਲਸ ਨੂੰ ਤੋਂ ਵੀ ਬਚਾਉਂਦੀ ਹੈਗੀ ਆ। ਇਹ ਰੈੱਡ ਗ੍ਰੇਪਸ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਜ਼ਿਆਦਾ ਰੈਸਵeratrol ਹੁੰਦੀ ਹੈਗੀ ਆ, ਤੇ ਇਹ ਗ੍ਰੇਪਸ ਜਿਹੜੇ ਆ ਹਮੇਸ਼ਾ ਆਰਗੈਨਿਕ ਲੈਣੇ ਚਾਹੀਦੇ ਆ, ਕਿਉਂਕਿ ਇਹ ਵੀ ਇੱਕ ਪਾਰਟ ਹੈ ਡਰਟੀ ਡੋਜਨ ਦਾ। ਡਰਟੀ ਡੋਜਨ ਦਾ ਮਤਲਬ ਕਿ ਜਿਹੜੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੈਗਾ ਕਿ ਇਹਨਾਂ ਦੇ ਵਿੱਚ ਜਿਹੜੇ ਮਤਲਬ ਪੈਸਟੀਸਾਈਡਸ ਹੈਗੇ ਆ ਜਾਂ ਕੀੜੇ ਮਾਰ ਦਵਾਈਆਂ ਜਿਹੜੀਆਂ ਹੈਗੀਆਂ ਆ, ਉਹ ਜ਼ਿਆਦਾ ਛਿੜਕਾਅ ਕੀਤਾ ਹੁੰਦਾ ਹੈਗਾ ਆ। ਬਨਾਨਾ ਕੇਲਾ ਜਿਹੜਾ ਹੈਗਾ ਆ ਉਹ ਕੀ ਆ, ਇਹਦੀ ਪੀਲ ਜਿਹੜੀ ਆ ਉਹ ਥਿਕ ਹੁੰਦੀ ਆ, ਟਫ ਹੁੰਦੀ ਆ, ਤੇ ਥੋੜੀ ਜਿਹੀ ਬਿਟਰ ਵੀ ਹੁੰਦੀ ਹੈਗੀ ਆ। ਪਰ ਇਹ ਪੋਟਾਸ਼ੀਅਮ ਦੇ ਵਿੱਚ, ਡਾਈਟਰੀ ਫਾਈਬਰ ਦੇ ਵਿੱਚ, ਤੇ ਪੋਲੀ ਅਨਸੈਚੂਰੇਟਡ ਫੈਟ ਦੇ ਵਿੱਚ ਵੀ ਜ਼ਿਆਦਾ ਹੈ। ਤੇ ਅਸੈਂਸ਼ੀਅਲ ਅਮਾਈਨੋ ਐਸਿਡਸ ਵੀ ਇਹਦੇ ਵਿੱਚ ਹੁੰਦੇ ਆ, ਲਾਈਕ ਟ੍ਰਿਪਟੋਫਾਨ, ਜਿਹੜਾ ਕਿ ਸਾਡਾ ਸਲੀਪ ਤੇ ਵੇਕ ਸਾਈਕਲ ਨੂੰ ਰੈਗੂਲੇਟ ਕਰਦਾ ਹੈਗਾ ਆ। ਐਂਟੀਆਕਸੀਡੈਂਟਸ ਹੁੰਦੇ ਆ, ਫਲੇਵੋਨੋਇਡਸ ਹੁੰਦੇ ਆ, ਟੈਨਿਨਸ ਹੁੰਦੇ ਆ, ਐਂਥੋਸਾਇਨਿਨ ਹੈਗੇ ਆ, ਕੈਰੋਟੀਨੋਇਡਸ ਹੈਗੇ ਆ। ਇਹ ਸਾਰੇ ਇਹਦੀ ਛਿਲਕੇ ਦੇ ਵਿੱਚ ਹੈਗੇ ਆ। ਟਰਪੀਨੋਇਡਸ ਹੈਗੇ ਆ, ਫਿਨੋਲਿਕ ਕੰਪਾਊਂਡ ਹੈਗੇ ਆ। ਇਹ ਕੈਂਸਰ ਰਿਸਕ ਵੀ ਘਟਾ ਦਿੰਦਾ ਹੈਗਾ ਆ। ਜਿਹੜੇ ਛੋਟੇ ਛੋਟੇ ਚੰਕਸ ਜਿਹੜੇ ਹੈਗੇ ਆ ਸਮੂਥੀ ਦੇ ਵਿੱਚ ਲੈ ਸਕਦੇ ਆ, ਤੇ ਉਹਨਾਂ ਨੂੰ ਬਲੈਂਡ ਕਰ ਸਕਦੇ ਹੈਗੇ ਆ, ਜਾਂ ਫਿਰ ਬੋਇਲ ਕਰਕੇ ਜਾਂ ਬੇਕ ਕਰਕੇ ਪੀਲ ਨੂੰ ਇਹਦੀ ਟੈਕਸਚਰ ਜਿਹੜੀ ਹੈਗੀ ਆ ਉਹ ਇੰਪਰੂਵ ਕਰਕੇ ਤੁਸੀਂ ਲੈ ਸਕਦੇ ਹੈਗੇ ਆ, ਜਾਂ ਸੀਜ਼ਨ ਇਟ ਵਿਦ ਸਿਨੇਮਨ ਔਰ ਸੇਵਰੀ ਸਪਾਈਸ ਬਲੈਂਡ, ਉਹਦੇ ਵਿੱਚ ਬਲੈਂਡ ਕਰਕੇ ਵੀ ਲੈ ਸਕਦੇ ਹੈਗੇ ਆ। ਜਿੰਨਾ ਜ਼ਿਆਦਾ ਰਾਈਪ ਹੋਏਗਾ ਪੀਲ, ਉਹ ਜ਼ਿਆਦਾ ਸੌਫਟਰ ਹੋ ਜਾਂਦਾ ਹੈਗਾ ਆ ਬਨਿਸਬਤ ਕੇ ਕੱਚੇ ਨਾਲੋਂ। ਪਾਈਨਐਪਲ ਕੋਰ, ਪਾਈਨਐਪਲ ਦਾ ਜਿਹੜਾ ਅੰਦਰਲਾ ਹਿੱਸਾ ਹੈਗਾ ਆ, ਸਕਿਨ ਤਾਂ ਇਹਦੀ ਰਫ ਹੁੰਦੀ ਆ, ਸਪਾਈਨੀ ਹੁੰਦੀ ਆ, ਇਨਐਡੀਬਲ ਹੁੰਦੀ ਆ, ਉਹ ਅਸੀਂ ਖਾ ਨਹੀਂ ਸਕਦੇ। ਜਿਹੜਾ ਇਹਦਾ ਕੋਰ ਹੈਗਾ ਆ ਉਹ ਇੰਨਾ ਟੈਂਡਰ ਨਹੀਂ ਹੁੰਦਾ ਰੈਸਟ ਆਫ ਦਾ ਫਰੂਟ ਲਈ। ਹਾਈ ਇਨ ਫਾਈਬਰ ਐਂਡ 90% ਡੇਲੀ ਵੈਲਿਊ ਆਫ ਵਿਟਾਮਿਨ ਸੀ ਉਹਦੀ ਹੁੰਦੀ ਹੈਗੀ ਆ। ਇੱਕ ਰਿਚ ਸੋਰਸ ਹੈਗਾ ਗਰੁੱਪ ਆਫ ਐਂਜ਼ਾਈਮਸ ਦਾ, ਜਿਹਨੂੰ ਬ੍ਰੋਮੇਲੇਨ ਕਹਿੰਦੇ ਹੈਗੇ ਆ। ਉਹਦੇ ਹੈਲਥ ਬੈਨੀਫਿਟਸ ਬਹੁਤ ਹੈਗੇ ਆ, ਕੈਂਸਰ ਫਾਈਟਿੰਗ ਹੈਗਾ, ਰਿਡਿਊਸ ਪੇਨ ਹੈਗਾ, ਤੇ ਇਨਫਲੇਮੇਸ਼ਨ ਸੋਜਿਸ਼ ਨੂੰ ਵੀ ਘਟਾਉਂਦਾ ਹੈਗਾ ਆ। ਤੇ ਕਈ ਤਰ੍ਹਾਂ ਦੇ ਜਿਹੜੇ ਡਾਈਜੈਸਟਿਵ ਇਸ਼ੂਜ਼ ਹੈਗੇ ਆ, ਬਲੋਟਿੰਗ ਵਗੈਰਾ, ਪੇਨ ਵਗੈਰਾ, ਤੇ ਗੈਸ ਵਗੈਰਾ, ਉਹਨੂੰ ਸਾਰੇ ਨੂੰ ਇਹ ਬ੍ਰੋਮੇਲੇਨ ਠੀਕ ਕਰਦਾ ਹੈਗਾ ਆ। ਮੇਨ ਸਰ ਇੱਕ ਪ੍ਰੋਬਲਮ ਛੋਟੀ ਜਿਹੜੀ ਜੀ ਰਿਕੁਐਸਟ ਹੈਗੀ ਕਿ ਸੈਸ਼ਨ ਕਲੋਜ਼ ਹੋ ਜਾਣਾ ਬਿਕੋਜ਼ ਆਫ 40 ਮਿੰਟਸ, ਤਾਂ ਪਲੀਜ਼ ਸਾਰਿਆਂ ਨੂੰ ਰਿਕੁਐਸਟ ਹੈ ਦੁਬਾਰਾ ਜੁਆਇਨ ਕਰ ਲੈਣ। ਹਾਂਜੀ, ਮੇਨ ਪ੍ਰੋਬਲਮ ਜਿਹੜੀ ਕੋਰ ਆਏ ਦਾ ਹੈ ਉਹ ਬਹੁਤ ਥਿਕ ਹੁੰਦੀ ਆ ਤੇ ਟਫ ਹੁੰਦੀ ਹੈਗੀ ਆ, ਤੇ ਡੈਂਸ ਹੁੰਦੀ ਹੈਗੀ ਆ। ਉਹਨੂੰ ਬੋਇਲ ਵਾਟਰ ਦੇ ਵਿੱਚ ਮਤਲਬ ਬੋਇਲ ਕਰਕੇ ਥੋੜੇ ਮਿੰਟ ਦੇ ਲਈ, ਤੇ ਥੋੜਾ ਉਹਦਾ ਮਤਲਬ ਵਿਟਾਮਿਨ ਸੀ ਲੂਜ਼ ਹੁੰਦਾ ਆ, ਪਰ ਉਹਨੂੰ ਸਮੂਥੀ ਦੇ ਵਿੱਚ ਤੇ ਟੌਪਿੰਗ ਦੇ ਕਰਕੇ ਓਟਮੀਲ, ਯੋਗਰਟ ਔਰ ਸਲਾਦ ਦੇ ਨਾਲ ਲੈ ਸਕਦੇ ਹੈਗੇ ਆ। ਇਹ ਵਿਚਲੀ ਕੋਰ ਜਿਹੜਾ ਹੁੰਦਾ ਆ ਉਹਦੀ ਗੱਲ ਕੀਤੀ ਜਾਂਦੀ ਆ। ਵਾਈਡ ਫਿਰ ਅਸੀਂ ਦੇਖਦੇ ਹਾਂ ਕਿ ਇੰਨੀਆਂ ਗੱਲਾਂ ਤਾਂ ਕਰ ਲਈਆਂ, ਡਾਇਟਰੀ ਫਾਈਬਰ ਕਿਉਂ ਜ਼ਰੂਰੀ